रेडियो चंद परदेसी दे बहुत ही सूझवान स्रोतिओ, आप जी का श्री मुक्तसर साहिब तो प्रसारित प्रोग्राम वਹਿੰਦੇ दरिया स्वागत है। मैं हाँ तुहाडा दोस्त ਅਤੇ होस्ट प्रोफैसर मोहन सिंह। जिन्हां हस्तियां नूं मैं तुहाडे सन्मुख करदा हाँ उन्हां ने जीवन च बाकमाल हौसला विखाया हुंदा है ਅਤੇ उन्नति ਦੀਆਂ पौड़ियां चढ़े ਹੁੰਦੇ ਹਨ। ਤੁਸੀਂ इस प्रोग्राम संबंधी विचार इन्हां टैलीफोन नंबरां ते दे सकते हो। सानू उड़ीक रहेगी। सरदार दर्शन सिंह बसराओं 815 557 49 ਅਤੇ सरदार सरवण सिंह टिवाणा 219 670 45 79 ਅਤੇ ਮੈਨੂੰ 97 572 ਅਤੇ 86 582 ਤੇ 93 572 ਅਤੇ 46 582। ਮੇਰੇ ਅੱਜ ਦੇ ਮਹਿਮਾਨ ਹਨ ਪੰਮੀ ਸਿੱਧੂ ਸੰਧੂ ਜੀ, ਜਿਨ੍ਹਾਂ ਨੂੰ ਫੇਸਬੁੱਕ ਤੇ ਢੇਰ ਸਾਰਾ ਪਿਆਰ ਮਿਲਿਆ ਹੈ, ਸਤਿਕਾਰ ਮਿਲਿਆ ਹੈ ਅਤੇ ਇਹਨਾਂ ਦਾ ਨਾਂ ਤਾਂ ਪਰਮਿੰਦਰ ਕੌਰ ਹੈ, ਪਰ ਇਹਨਾਂ ਨੂੰ ਪੰਮੀ ਸਿੱਧੂ ਸੰਧੂ ਵਜੋਂ ਜਾਣਿਆ ਜਾਂਦਾ ਹੈ। ਇਹਨਾਂ ਦਾ ਜਨਮ ਡੇਰਾ ਬੱਸੀ 'ਚ ਹੋਇਆ ਅਤੇ ਇਹਨਾਂ ਦੇ ਪਿਤਾ ਜੀ ਉੱਥੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਸਨ। ਮਾਤਾ ਜੀ ਸਿਹਤ ਵਿਭਾਗ 'ਚ ਸਨ। ਉਂਝ ਇਹਨਾਂ ਦਾ ਪੇਕਾ ਪਿੰਡ ਹੈ ਜਿਹੜਾ ਉਹ ਮਹਿਲ ਕਲਾਂ ਬਰਨਾਲਾ ਹੈ। ਇਹਨਾਂ ਨੇ 7ਵੀਂ ਜਮਾਤ ਤੱਕ ਆਪਣੀ ਵਿੱਦਿਆ ਮਹਿਲ ਕਲਾਂ 'ਚ ਪ੍ਰਾਪਤ ਕੀਤੀ। 8ਵੀਂ ਤੋਂ ਲੈ ਕੇ ਹਾਇਰ ਸੈਕੰਡਰੀ ਤੱਕ ਸਿੱਧਵਾਂ ਖੁਰਦ ਅਤੇ BA ਖਾਲਸਾ ਕਾਲਜ ਲੁਧਿਆਣਾ। ਭੈਣ ਜੀ MA ਹਨ। MA ਇੰਗਲਿਸ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਤੋਂ ਅਤੇ MA ਏਨਸ਼ੀਅੰਟ ਇੰਡੀਅਨ ਹਿਸਟਰੀ ਕਲਚਰ ਐਂਡ ਆਰਕੀਓਲੋਜੀ, ਉਹਦੇ ਵਿੱਚ ਇਹਨਾਂ ਨੇ MPhil ਵੀ ਕੀਤੀ ਅਤੇ ਯੂਨੀਵਰਸਿਟੀ 'ਚ ਟੌਪ ਕੀਤਾ। ਉਪਰੰਤ ਇਹਨਾਂ ਨੇ ਆਰਕਾਈਵਜ਼ ਡਿਪਾਰਟਮੈਂਟ ਪੰਜਾਬ 'ਚ ਸੇਵਾ ਨਿਭਾਈ ਅਤੇ 2016 'ਚ ਰਿਟਾਇਰ ਹੋਏ। ਹੁਣ ਮੈਂ ਭੈਣ ਜੀ ਪਰਮਜੀਤ ਸਿੱਧੂ ਸੰਧੂ ਨੂੰ ਬੇਨਤੀ ਕਰਾਂਗਾ ਕਿ ਉਹ ਸਰੋਤਿਆਂ ਦੇ ਸਨਮੁਖ ਹੋਣ ਤੇ ਉਹਨਾਂ ਦਾ ਰੇਡੀਓ ਚੰਦ ਪ੍ਰਦੇਸੀ ਤੇ ਸਵਾਗਤ ਹੈ ਜੀ। ਪ੍ਰੋਫੈਸਰ ਮੋਹਨ ਸਿੰਘ ਜੀ ਅਤੇ ਰੇਡੀਓ ਚੰਦ ਪ੍ਰਦੇਸੀ ਦੇ ਸਾਰੇ ਸਰੋਤਿਆਂ ਨੂੰ ਪੰਮੀ ਸਿੱਧੂ ਵੱਲੋਂ ਪਿਆਰ ਭਰੀ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋ। ਭੈਣ ਜੀ, ਮੈਂ ਸਰੋਤਿਆਂ ਨੂੰ ਤੁਹਾਡੀ ਜਾਣ ਪਹਿਚਾਣ 'ਚ ਬਹੁਤ ਕੁਝ ਦੱਸ ਦਿੱਤਾ। ਤੁਸੀਂ ਪੇਂਡੂ ਬੈਕਗਰਾਊਂਡ 'ਚੋਂ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਵੱਖ-ਵੱਖ ਥਾਵਾਂ 'ਤੇ ਹੋਈ ਔਰ ਬਹੁਤ ਹੀ ਪ੍ਰੈਸਟੀਜੀਅਸ ਜਿਹੜੀਆਂ ਇੰਸਟੀਟਿਊਸ਼ਨ ਦੇ ਵਿੱਚ ਹੋਈ। ਇਹ ਫਿਰ ਤੁਸੀਂ ਜਿਹੜਾ ਬਚਪਨ ਤੋਂ ਲੈ ਕੇ ਸਫ਼ਰ ਯੂਨੀਵਰਸਿਟੀ ਤੱਕ ਹੈ ਉਹ ਸਰੋਤਿਆਂ ਨਾਲ ਸਾਂਝਾ ਕਰੋ ਜੀ। ਹਾਂਜੀ, ਐਕਚੁਅਲੀ ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸ ਹੀ ਦਿੱਤਾ ਤੁਹਾਨੂੰ ਸਾਰਿਆਂ ਨੂੰ ਕਿ ਮੇਰੇ ਪਾਪਾ ਜੀ RMP ਸੀਗੇ ਤੇ ਮੇਰੇ ਮਦਰ ਨੂੰ ਮੇਰੇ ਪਾਪਾ ਜੀ ਨੇ ਬਾਅਦ ਵਿੱਚ ਟ੍ਰੇਨਿੰਗ ਕਰਾਈ ਨਰਸਿੰਗ ਦੀ ਤੇ ਉਹ ਨਰਸਿੰਗ ਪ੍ਰੋਫੈਸ਼ਨ ਵਿੱਚ ਸੀਗੇ ਤੇ ਮੈਂ 20 ਦਿਨਾਂ ਦੀ ਸੀਗੀ ਜਦੋਂ ਮੇਰੇ ਮਦਰ ਮੈਨੂੰ ਲੈ ਕੇ ਨੌਕਰੀ ਤੇ ਗਏ ਸੀ। ਸੋ ਮੇਰਾ ਪਿੰਡ ਮਹਿਲ ਕਲਾਂ, ਮੈਂ ਮੇਰੀ ਮਦਰ ਉੱਥੇ ਹੀ ਪਹਿਲਾਂ ਹਰਿਆਣੇ 'ਚ ਮਤਲਬ ਉਸ ਵੇਲੇ ਤਾਂ ਸਾਂਝਾ ਪੰਜਾਬ ਸੀ ਪਰ ਕੋਈ ਜਿਹੜਾ ਅੱਜ ਕੱਲ੍ਹ ਹਰਿਆਣੇ ਦਾ ਇਲਾਕਾ ਉੱਥੇ ਕਿਤੇ ਸਰਵਿਸ ਕਰਦੇ ਸੀ। ਮੈਨੂੰ ਉਹਦਾ ਬਹੁਤ ਨਾਮ ਵਗੈਰਾ ਯਾਦ ਨਹੀਂ ਹੈ। ਤੇ ਉਸ ਤੋਂ ਬਾਅਦ ਫਿਰ ਅਸੀਂ ਟ੍ਰਾਂਸਫਰ ਕਰਾ ਕੇ ਮਹਿਲ ਕਲਾਂ ਆ ਗਏ ਸੀ ਮੇਰੇ ਮਦਰ। ਫਿਰ ਮੇਰਾ ਜਿਹੜਾ ਸਾਰਾ ਬਚਪਨ ਹੈ ਤੇ ਤਕਰੀਬਨ ਸਾਰਾ ਉੱਥੇ ਹੀ ਬੀਤਿਆ ਤੇ 7ਵੀਂ ਤੱਕ ਮੈਂ ਉੱਥੇ ਪੜ੍ਹੀ ਹਾਂ। ਮਤਲਬ ਜਿਵੇਂ
ਠੀਕ ਸਟੂਡੈਂਟ ਸੀ, ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਬਹੁਤ ਆਊਟਸਟੈਂਡਿੰਗ ਉਹ ਵੀ ਨਹੀਂ ਸੀ, ਮਤਲਬ ਠੀਕ ਵਧੀਆ ਬੱਚਿਆਂ 'ਚ ਗਿਣਿਆ ਜਾਂਦਾ ਸੀਗਾ। ਠੀਕ ਹੈ। ਨੋਰਮਲ ਵਧੀਆ ਬੱਚੇ, ਕਿਉਂਕਿ ਉਦੋਂ 45 50% 50-55 ਆਉਂਦੇ ਹੁੰਦੇ ਸੀਗੇ, ਇਸ ਤੋਂ ਜ਼ਿਆਦਾ ਨਹੀਂ। ਸੋ ਮੈਂ 7ਵੀਂ ਉੱਥੇ ਕੀਤੀ ਤੇ ਮੇਰੇ ਮਦਰ ਨਰਸਿੰਗ 'ਚ ਜਾਂ ਹਸਪੀਟਲ ਦੀ ਜੌਬ 'ਚ ਹੋਣ ਕਰਕੇ ਉਹਨਾਂ ਦੇ ਇੱਕ ਕਲੀਗ ਸੀਗੇ ਮਿਸਿਸ ਗੁਰਮੇਜ ਗਰੇਵਾਲ ਜੀ, ਤੇ ਉਹ ਲੇਡੀ ਹੈਲਥ ਮਿਨਿਸਟਰ ਸੀਗੇ। ਉਹਨਾਂ ਦੇ ਹਸਬੈਂਡ ਸੀ ਜਿਹੜੇ ਉਹ ਪ੍ਰਿੰਸੀਪਲ ਰਿਟਾਇਰ ਹੋਏ ਨੇ ਸਕੂਲ ਤੋਂ। ਠੀਕ ਹੈ। ਉਸ ਵੇਲੇ ਉਹ ਸਾਇੰਸ ਦੇ ਟੀਚਰ ਸੀ। ਸੋ ਉਹ ਜਿਹੜੇ ਲੇਡੀ ਸੀਗੇ ਉਹਨਾਂ ਨੇ ਮੇਰੇ ਮਦਰ ਨੂੰ ਸੁਜੈਸਟ ਕੀਤਾ ਕਿ ਆਪਾਂ ਲੋਕ ਬਾਹਰ ਅੰਦਰ ਵੀ ਘੁੰਮਦੇ ਰਹਿੰਦੇ ਆ ਤੇ ਬੱਚੇ ਪਿੱਛੋਂ ਕਈ ਵਾਰੀ ਇਕੱਲੇ ਹੁੰਦੇ ਆ ਤਾਂ ਗੁੱਡੀ ਘਰ ਇਕੱਲੀ ਹੁੰਦੀ ਆ, ਇਸ ਕਰਕੇ ਵੀ ਵਧੀਆ ਹੋਊਗਾ ਜੇ ਇਹਨੂੰ ਹੋਸਟਲ 'ਚ ਪਾ ਦਿੱਤਾ ਜਾਵੇ। ਠੀਕ ਹੈ। ਸੋ ਮੈਂ ਅੱਜ ਉਹਨਾਂ ਦਾ ਵੀ ਬਹੁਤ ਆਪਣੇ ਤਹਿ ਦਿਲੋਂ ਧੰਨਵਾਦ ਕਰਦੀ ਆ, ਮਿਸਿਸ ਗਰੇਵਾਲ ਦਾ, ਕਿ ਜਿਨ੍ਹਾਂ ਨੇ ਮੇਰੇ ਮਦਰ ਨੂੰ ਤੇ ਮੇਰੇ ਪਾਪਾ ਜੀ ਹੋਰਾਂ ਨੂੰ ਇੰਨੀ ਵਧੀਆ ਸਲਾਹ ਦਿੱਤੀ। ਤੇ ਉਹ ਖੁਦ ਹੀ ਮੈਨੂੰ ਨਾਲ ਜਾ ਕੇ ਫਿਰ ਸਦਵਾ ਖੁਰਦ ਐਡਮਿਸ਼ਨ ਕਰਾ ਕੇ ਆਏ ਸੀ 8ਵੀਂ 'ਚ, ਤੇ 8ਵੀਂ 9ਵੀਂ ਤੇ 10ਵੀਂ ਮੈਂ ਇਹ ਸਦਵਾ ਕੀਤੀ, ਵਧੀਆ ਪੜ੍ਹੇ। ਉਸ ਤੋਂ ਬਾਅਦ ਉੱਥੇ ਹੀ ਸਾਡਾ ਕਾਲਜ ਹੈ ਸੀ, ਤੇ ਕਿਉਂਕਿ ਉੱਥੇ ਸਕੂਲ ਵੀ ਹੈਗਾ ਜੀ, ਖਾਲਸਾ ਗਰਲਸ ਹਾਈ ਸਕੂਲ, ਤੇ ਉੱਥੇ ਹੀ ਕਾਲਜ ਵੀ ਸੀਗਾ, ਉੱਥੇ ਹੀ ਟ੍ਰੇਨਿੰਗ ਕਾਲਜ ਵੀ ਹੈਗਾ ਸੀ। ਮਤਲਬ ਉਹ ਬੀਬੀ ਹਰਪ੍ਰਕਾਸ਼ ਕੌਰ ਦਾ ਬਹੁਤ ਵੱਡਾ ਇੱਕ ਹੈਗਾ ਕੈਂਪਸ। ਠੀਕ ਹੈ। ਸੋ ਉੱਥੇ ਜਦੋਂ ਮੈਂ ਪ੍ਰੈਪ ਕਰ ਲਈ, ਫਿਰ ਮੈਂ ਆਪਣੇ ਫਾਦਰ ਨੂੰ ਕਿਹਾ, ਮਤਲਬ ਠੀਕ ਹੈ ਥੋੜੀਆਂ ਬਹੁਤੀਆਂ ਕਰਿਕੂਲਰ ਐਕਟੀਵਿਟੀਜ਼ ਵਿੱਚ ਵੀ ਪਾਰਟੀਸਪੇਟ ਕਰਦੇ ਸੀ, NCC ਮੈਂ ਸਕੂਲ 'ਚ ਵੀ ਰੱਖੀ ਹੋਈ ਸੀ, ਪਰ ਫਿਰ ਵੀ ਮੈਨੂੰ ਕਿਤੇ ਨਾ ਕਿਤੇ ਮੇਰੇ ਅੰਦਰ ਇਹ ਰਹਿੰਦਾ ਸੀ ਕਿ ਇੱਥੇ ਜ਼ਿਆਦਾਤਰ ਪਿੰਡਾਂ ਦੀਆਂ ਹੀ ਕੁੜੀਆਂ ਨੇ, ਕਿਉਂਕਿ ਜਿੰਨੇ ਅੱਛੇ ਘਰਾਂ ਦੀਆਂ ਕੁੜੀਆਂ ਸੀ ਤਕਰੀਬਨ ਉੱਥੇ ਪੜ੍ਹਦੀਆਂ ਸੀ। ਠੀਕ ਹੈ। ਸੋ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜ਼ਿੰਦਗੀ 'ਚ ਕੁਛ ਹੋਰ ਬਿਹਤਰ ਸਿੱਖਣਾ ਚਾਹੁੰਦੀ ਆ, ਜਿਹੋ ਜੀ ਮੈਂ ਪਿੰਡਾਂ ਤੋਂ ਆਈ ਹੋਈ ਉਹੋ ਜਿਹੇ ਬਾਕੀ ਬੱਚੇ ਆ, ਇਸ ਕਰਕੇ ਮੈਂ ਚਾਹੁੰਦੀ ਵੀ ਮੈਨੂੰ ਤੁਸੀਂ ਲੁਧਿਆਣੇ ਪੜ੍ਹਨ ਲਗਾ ਦਿਓ। ਸੋ ਮੇਰੇ ਪਾਪਾ ਜੀ ਮਤਲਬ ਬਹੁਤ ਅੱਛੇ ਸੀ ਤੇ ਉਹਨਾਂ ਦੀ ਬਦੌਲਤ ਹੀ ਮੈਂ ਉਹਨਾਂ ਨੂੰ ਮਤਲਬ ਜਿੱਥੇ ਵੀ ਉਹ ਹੈਗੇ ਆ ਉਹਨਾਂ ਦਾ ਭਲਾ ਹੋਵੇ, ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ। ਉਹਨਾਂ ਨੇ ਮੇਰੀ ਹਰ ਗੱਲ ਸੁਣੀ ਹਮੇਸ਼ਾ। ਤੇ ਉਸ ਜ਼ਮਾਨੇ 'ਚ ਹਨਾ ਜਦੋਂ ਕੁੜੀ ਕੋਈ ਟਾਵੀਂ ਪੜ੍ਹਦੀ ਹੁੰਦੀ ਸੀ, ਘੱਟ ਪੜ੍ਹਦੀਆਂ ਸੀ ਪਿੰਡਾਂ ਦੀਆਂ ਕੁੜੀਆਂ, ਤੇ ਉਹ ਕਹਿੰਦੇ ਕੋਈ ਗੱਲ ਨੀ ਪੁੱਤਰ ਆਪਾਂ ਲੁਧਿਆਣੇ ਚੱਲਦੇ ਆ, ਤੇ ਮੇਰੀ ਐਡਮਿਸ਼ਨ ਲੁਧਿਆਣੇ ਖਾਲਸਾ ਕਾਲਜ ਕਰਾਏ। ਤੁਸੀਂ ਆਪਣੇ ਮਾਪਿਆਂ ਦੇ ਓਨਲੀ ਚਾਈਲਡ ਹੋ? ਹਾਂਜੀ, ਮੈਂ ਆਪਣੇ ਪੇਰੈਂਟਸ ਦੀ ਇੱਕੋ ਹੀ ਬੇਟੀ ਹੈਗੀ ਆ। ਠੀਕ ਹੈ। ਤੇ ਮੈਨੂੰ ਹੋਸਟਲ 'ਚ ਪਾ ਜਾਂਦਾ ਉਹਨਾਂ ਨੇ ਉੱਥੇ ਲੁਧਿਆਣੇ। ਜਦੋਂ ਮੈਨੂੰ ਲੁਧਿਆਣੇ ਛੱਡ ਕੇ ਆਏ ਮੇਰੇ ਫਾਦਰ, ਹੋਸਟਲ ਦਾ ਸਾਰਾ ਕੁਝ ਕਰਕੇ, ਤੇ ਮੈਨੂੰ ਕਹਿੰਦੇ ਲੈ ਬੇਟੇ ਹੁਣ ਤੂੰ ਆਪਣੀ ਰਿਸਪੌਂਸਿਬਿਲਿਟੀ ਚੱਕਣ ਜੋਗੀ ਹੋ ਗਈ ਹੈ, ਹੁਣ ਵੈਸੇ ਜਦੋਂ ਅਸੀਂ ਕਿਤੇ ਸ਼ਹਿਰ ਆਵਾਂਗੇ ਤੈਨੂੰ ਮਿਲ ਕੇ ਜਾਵਾਂਗੇ ਜਾਂ ਤੈਨੂੰ ਕੁਛ ਚਾਹੀਦਾ ਤਾਂ ਚੀਜ਼ਾਂ ਪ੍ਰੋਵਾਈਡ ਕਰਾਂਗੇ, ਪਰ ਜਿਹੜਾ ਐਵੇਂ ਹੈ ਕਿ ਹੁਣ ਛੁੱਟੀਆਂ ਹੋ ਗਈਆਂ, ਲੈਣ ਆਉਣਾ ਛੱਡਣ ਆਉਣਾ, ਉਹ ਜ਼ਿੰਮੇਵਾਰੀ ਹੁਣ ਤੂੰ ਆਪਣੇ ਸਿਰ ਤੇ ਲੈਣੀ ਹੈ। ਤੇ ਤੂੰ ਤੁਹਾਨੂੰ ਸੈਂਸ ਆਫ ਰਿਸਪੌਂਸਿਬਿਲਿਟੀ ਦੇਤੀ। ਹਾਂਜੀ, ਤੇ ਵੀ ਤੂੰ ਆਪਣੀਆਂ ਹੱਦਾਂ ਸਰਹੱਦਾਂ ਖੁਦ ਤੈਅ ਕਰਨੀਆਂ ਨੇ। ਠੀਕ ਹੈ। ਤੇ ਉਹ ਮਤਲਬ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਕਿ ਵੀ ਹੁਣ ਮੈਂ ਜਿਵੇਂ ਕਹਿੰਦੇ ਹੁੰਦੇ ਬੰਦਾ ਸੈਲਫ ਡਿਪੈਂਡੈਂਟ ਹੋ ਗਿਆ, ਸਾਰੇ ਕੰਮ ਆਪੇ ਹੀ ਕਰਨੇ ਆ ਆਪਣੇ। ਉਹ ਸ਼ੁਰੂ ਤੋਂ ਵੀ ਉਹਨਾਂ ਨੇ ਮੈਨੂੰ ਐਵੇਂ ਦੀ ਆਦਤ ਪਾਈ ਹੋਈ ਸੀਗੀ। ਤੇ ਫਿਰ ਮੈਂ ਉੱਥੇ ਹੋਸਟਲ ਚਲੋ BA ਕੀਤੀ ਮੈਂ ਉੱਥੇ, ਪਰ ਉੱਥੇ ਵੀ ਮੈਂ ਬੈਸਟ NCC ਕੈਡਟ ਰਹੀ, ਬਹੁਤ ਅੱਛਾ, ਤੇ ਬੈਸਟ ਰਾਈਫਲ ਸ਼ੂਟਰ ਰਹੀ ਮੈਂ, ਮਾਈ ਗॉड, ਆਪਣੇ ਡਿਸਟ੍ਰਿਕਟ ਦੀ ਬੈਸਟ ਰਾਈਫਲ ਸ਼ੂਟਰ ਸੀਗੀ। ਤੇ ਪੰਜਾਬੀ ਸਾਹਿਤ ਸਭਾ ਦੀ ਵੀ ਮੈਂ ਪ੍ਰਧਾਨ ਰਹੀ ਆ। ਡਿਬੇਟ ਵਗੈਰਾ ਦੇ ਕੰਪੀਟੀਸ਼ਨ ਜਿਹੜੇ ਇੰਟਰ ਯੂਨੀਵਰਸਿਟੀ ਹੁੰਦੇ ਆ ਉਹਨਾਂ ਚੋਂ ਵੀ ਫਸਟ ਆਉਂਦੀ ਰਹੀ, ਤੇ ਕੁਛ ਪਲੇ ਵਗੈਰਾ ਵੀ ਉੱਥੋਂ ਸ਼ੁਰੂ ਹੋਇਆ। ਪਰ ਕਿੱਦਾਂ ਗੁੱਦਾਂ ਉੱਥੇ ਮੈਂ ਕੁਛ ਨੀ ਕੀਤਾ, ਮਤਲਬ ਇੱਥੋਂ ਤੱਕ ਮੇਰਾ ਸੀਮਤ ਸੀਗਾ, ਤੇ ਪੜ੍ਹਾਈ 'ਚ ਵੀ ਠੀਕ ਠਾਕ ਸੀ। ਮਤਲਬ ਜਿਵੇਂ ਦੇ ਮੀਡੀਓਕਰ ਬੱਚੇ ਹੁੰਦੇ ਆ, ਪਰ ਮੇਰੇ ਅੰਦਰ ਇੱਕ ਸ਼ੌਕ ਸੀਗਾ। ਮਤਲਬ ਉਸ ਵੇਲੇ ਵੀ ਜਿਵੇਂ ਮੈਂ ਪਿੰਡ ਤੋਂ ਆਈ ਸੀ ਤੇ ਉੱਥੇ ਮੈਨੂੰ ਸ਼ੌਕ ਸੀ ਮੈਂ ਚੀਜ਼ਾਂ ਸਿੱਖਾਂ। ਮੇਰੇ 'ਚ ਸ਼ਾਇਦ ਕੋਈ ਚੀਜ਼ ਬੱਚਿਆਂ ਨੂੰ, ਮੇਰੇ ਨਾਲ ਦਿਆਂ ਨੂੰ ਐਵੇਂ ਲੱਗਦਾ ਹੋਏਗਾ ਕਿ ਜਿਹੜੇ ਉਹ ਮੇਰੇ ਵੀ ਉਹ ਦੋਸਤ ਛੇਤੀ ਬਣ ਜਾਂਦੇ ਸੀ। ਹਾਲਾਂਕਿ ਜਿਹੜੀਆਂ ਮਾਡਰਨ ਕੁੜੀਆਂ ਹੁੰਦੀਆਂ, ਉਹ ਜਿਹੜੀਆਂ ਪਿੰਡਾਂ ਵਾਲੀਆਂ ਕੁੜੀਆਂ ਹੁੰਦੀਆਂ, ਉਹਨਾਂ ਤੋਂ ਆਪਣਾ ਇੱਕ ਫਾਸਲਾ ਬਣਾ ਕੇ ਰੱਖਦੀਆਂ। ਪਰ ਮੈਨੂੰ ਇਹ ਜਿਹੜੀ ਸਮੱਸਿਆ ਇਹ ਕਿਤੇ ਵੀ ਫੇਸ ਨਹੀਂ ਕਰਨੀ ਪਈ। ਤੇ ਉੱਥੇ ਜਦੋਂ ਮੈਂ ਉਹ ਮੇਰੀਆਂ ਕੁੜੀਆਂ ਜਿਹੜੀਆਂ ਲੋਕਲ ਸੀਗੀਆਂ ਉਹ ਦੋਸਤ ਸੀਗੀਆਂ,
ਫਿਰ ਮੈਨੂੰ ਅੰਗਰੇਜ਼ੀ ਬੋਲਣ ਦਾ ਬੜਾ ਸ਼ੌਕ ਸੀ ਕਿ ਅੰਗਰੇਜ਼ੀ ਆਉਣੀ ਚਾਹੀਦੀ ਹੈ। ਠੀਕ ਹੈ। ਕਿਉਂਕਿ ਆਮ ਸਮਾਜ 'ਚ ਦੇਖਿਆ ਸੀ ਕਿ ਜਿਹੜੇ ਅੰਗਰੇਜ਼ੀ ਬੋਲਦੇ ਉਹਨਾਂ ਨੂੰ ਲੋਕ ਜ਼ਿਆਦਾ ਪ੍ਰੈਫਰ ਕਰਦੇ ਆ ਉਹਨਾਂ ਬੱਚਿਆਂ ਨੂੰ। ਸੋ ਮੈਂ ਉਹ ਕੁੜੀਆਂ ਤੋਂ, ਜਿਵੇਂ ਉਹਨਾਂ ਨੇ ਕਦੀ ਵੰਸ ਇਨ ਅ ਵਾਈਲ ਕਿਸੇ ਦੇ ਘਰੇ ਵੀ ਚਲੇ ਜਾਣਾ, ਕੋਈ ਫੋਨ ਤੇ ਗੱਲ ਕਰਨੀ, ਤਾਂ ਉਹਨਾਂ ਨੂੰ ਸੁਣਨਾ ਕਿ ਉਹ ਕਿਵੇਂ ਕਹਿੰਦੇ, ਮੇ ਆਈ ਸਪੀਕ ਟੂ ਸੋ ਐਂਡ ਸੋ, ਉਹ ਚੀਜ਼ਾਂ ਸਿੱਖਣੀਆਂ ਉੱਥੋਂ। ਮਤਲਬ ਉੱਥੋਂ ਜਿਹੜੀ ਇਹ ਆਦਤ ਪਈ ਇਹ ਚੀਜ਼ਾਂ ਸਿੱਖਣ ਦੀ, ਇਹ ਸਿੱਖਿਆ। BA ਤੱਕ ਜਾਂਦੇ ਜਾਂਦੇ ਮੈਨੂੰ ਫਾਈਨਲ ਤੱਕ ਇਹ ਹੋ ਗਿਆ ਕਿ ਪਰਮਿੰਦਰ ਕੌਰ MA ਅੰਗਰੇਜ਼ੀ ਕਰਨੀ ਹੈ, ਹੋਰ ਨਹੀਂ ਕੁਝ ਕਰਨਾ, ਪਹਿਲਾਂ ਅੰਗਰੇਜ਼ੀ ਕਰਨੀ ਹੈ। ਅੱਛਾ, ਕਰਨੀ ਹੈ। ਤੇ ਮੈਂ ਬਹੁਤ ਇੰਗਲਿਸ਼ ਲਈ ਬਹੁਤ ਮਿਹਨਤ ਕੀਤੀ। ਉਦੋਂ ਟਿਊਸ਼ਨ ਦਾ ਫੈਸ਼ਨ ਨਹੀਂ ਸੀਗਾ। ਠੀਕ ਹੈ। ਸੋ ਬਹੁਤ ਮਿਹਨਤ ਕੀਤੀ ਮੈਂ, ਇੰਗਲਿਸ਼ ਤੋਂ ਮੇਰੇ ਬਹੁਤ ਅੱਛੇ ਮਾਰਕਸ ਆਏ। ਤੇ ਐਡਮਿਸ਼ਨ ਤਾਂ ਹਾਲੇ ਮੈਂ ਲੁਧਿਆਣੇ ਗਵਰਨਮੈਂਟ ਕਾਲਜ, ਜਿਹੜਾ ਕੋਐਡ ਕਾਲਜ ਸੀ, ਉੱਥੇ ਵੀ ਲੈ ਸਕਦੀ ਸੀ। ਪਰ ਮੈਂ ਮੇਰੇ ਫਾਦਰ ਨੂੰ ਕਿਹਾ ਨਹੀਂ, ਹੁਣ ਮੈਂ ਇੱਥੇ ਵੀ ਨਹੀਂ ਪੜ੍ਹਨਾ, ਹੁਣ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਡਮਿਸ਼ਨ ਲੈਣੀ ਹੈ। ਤੁਸੀਂ ਸੁਣ ਲਿਆ ਹੋਣਾ ਨਾ, ਤੁਸੀਂ ਯੂਨੀਵਰਸਿਟੀ ਬਾਰੇ ਸੁਣ ਲਿਆ ਹੋਣਾ ਵੀ ਉੱਥੋਂ ਦਾ ਜਿਹੜਾ ਸਟਾਫ ਹੈ ਤੇ ਉਹਦਾ ਤਾਂ ਭੈਣ ਜੀ ਕੋਈ ਰੀਸ ਹੀ ਨਹੀਂ। ਮੈਂ ਉੱਥੋਂ ਪੜ੍ਹ ਕੇ ਆਇਆ ਤੇ ਦੂਸਰੇ ਕਾਲਜਸ ਉਹਦੀ ਰੀਸ ਨਹੀਂ ਕਰ ਸਕਦੇ, ਉੱਥੋਂ ਦੇ ਕੈਂਪਸ ਦੀ ਔਰ ਉੱਥੋਂ ਦੇ ਕਾਲਜ ਬਿਲਕੁਲ ਨਹੀਂ ਕਰ ਸਕਦੇ। ਕਿਉਂਕਿ ਮੈਂ ਐਕਚੁਅਲੀ ਉਹ ਦੇਖਿਆ ਕਦੋਂ ਸੀ ਯੂਨੀਵਰਸਿਟੀ ਕੈਂਪਸ, ਜਦੋਂ ਮੈਂ BA ਪੜ੍ਹਦੀ ਸੀ ਤੇ ਮੈਂ ਉੱਥੋਂ ਜਿਹੜਾ ਡਿਬੇਟ ਦਾ ਕੰਪੀਟੀਸ਼ਨ ਜਿੱਤ ਕੇ ਫਸਟ ਜਿੱਤਿਆ ਸੀਗਾ। ਫਿਰ ਜਿਹੜਾ ਉਹ ਫਰਦਰ ਇੰਟਰਵਰਸਿਟੀ ਹੁੰਦਾ ਉਹ ਇੱਥੇ DAV ਕਾਲਜ ਸੀ ਤੇ ਸਾਨੂੰ ਠਹਿਰਾਇਆ ਹੋਇਆ ਸੀ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਕਿਧਰੇ ਇੱਕ ਰਾਤ ਵਾਸਤੇ। ਤੇ ਉਦੋਂ ਫਿਰ ਮੈਂ ਯੂਨੀਵਰਸਿਟੀ ਦਾ ਮਾਹੌਲ ਦੇਖਿਆ ਤੇ ਮੈਨੂੰ ਬੜਾ ਉਹਨੇ ਅਟਰੈਕਟ ਕੀਤਾ ਤੇ ਫਿਰ ਮੈਂ ਫਾਦਰ ਨੂੰ ਕਿਹਾ ਕਿ ਮੈਂ ਉੱਥੇ ਹੀ ਪੜ੍ਹਨਾ। ਖੈਰ ਮੇਰੇ ਫਾਦਰ ਨਾਲ ਆਏ, ਅਸੀਂ ਚੰਡੀਗੜ੍ਹ ਆਏ, ਪੰਜਾਬ ਯੂਨੀਵਰਸਿਟੀ ਫਾਰਮ ਦਿੱਤਾ, ਮਤਲਬ ਬਿਨਾਂ ਕਿਸੇ ਸਿਫਾਰਿਸ਼ ਤੋਂ, ਬਿਨਾਂ ਕਿਸੇ ਉਸ ਤੋਂ ਮੈਨੂੰ ਵਧੀਆ ਆਰਾਮ ਨਾਲ ਐਡਮਿਸ਼ਨ ਮਿਲ ਗਿਆ। ਸੋ MA ਕੀਤੀ ਉੱਥੋਂ। ਉਹਦੇ ਚ ਵੀ ਥੋੜੀ ਜਿਹੀ ਪ੍ਰੋਬਲਮ ਆਈ ਮੈਨੂੰ ਫਸਟ ਈਅਰ ਦੇ ਦੌਰਾਨ। ਸੈਕਿੰਡ ਮਤਲਬ ਫਿਰ ਮੇਰੀ ਪਰਸੈਂਟੇਜ 55% ਨਹੀਂ ਬਣ ਸਕੇ ਤੇ MPhil ਲਈ 55% ਜ਼ਰੂਰੀ ਸੀਗੇ। ਠੀਕ ਹੈ। ਫਿਰ ਮੈਂ ਘਰ ਚਲੀ ਗਈ ਵਾਪਸ। ਮੇਰੇ ਫਾਦਰ ਕਹਿੰਦੇ ਹੁਣ ਕੀ ਕਰਨਾ? ਮੈਂ ਕਿਹਾ ਜੀ ਬਸ ਹੁਣ ਤੇ MA ਕਰ ਲਈ। ਤੇ ਫਿਰ ਮੇਰੇ ਫਾਦਰ ਕਹਿੰਦੇ ਚਲੋ ਤੁਸੀਂ ਇੰਝ ਕਰੋ ਬਈ B.Ed ਕਰ ਲਓ। ਅੱਛਾ। B.Ed ਉਦੋਂ ਜਦੋਂ ਜਦ ਤੱਕ ਮੈਂ ਇੱਥੇ ਪਹੁੰਚੀ ਗਵਰਨਮੈਂਟ ਕਾਲਜ ਬੜੀਆਂ ਉੱਥੇ ਮਤਲਬ ਉਹਨਾਂ ਦਾ ਕੋਈ ਚੋਣ ਕਰਨ ਦਾ ਜਿਹੜਾ ਅਸੈਸ ਕਰਨ ਦਾ ਤਰੀਕਾ ਸੀ ਉਹ ਬੜਾ ਖਾਸ ਕਿਸਮ ਦਾ ਸੀਗਾ। ਮਤਲਬ ਕੁਛ ਇਹੋ ਜਿਹੇ ਬੱਚੇ ਸੀਗੇ, ਮੈਂ ਕੈਟੇਗਰਾਈਜ਼ ਕੁਛ ਨਹੀਂ ਕਰਾਂਗੀ, ਪਰ ਮੈਂ ਕੁਛ ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ 45% ਤੇ ਵੀ ਐਡਮਿਸ਼ਨ ਮਿਲ ਰਹੀ ਸੀ। ਮੇਰੇ 66% ਤੇ ਵੀ ਮੈਨੂੰ ਐਡਮਿਸ਼ਨ ਨਹੀਂ ਸੀ ਮਿਲ ਰਹੀ। ਤੇ ਮਤਲਬ ਟੋਟਲ ਬਣਦਾ ਸੀ ਜਿਹੜਾ ਉਹ ਮਿਲਾ ਕੇ ਵਿੱਚ ਕਰਿਕੂਲਰ ਐਕਟੀਵਿਟੀਜ਼ ਤੇ ਇਹ ਉਹ ਪਾ ਕੇ ਜੋ ਬਣਿਆ। ਫਿਰ ਮੈਂ ਇੱਥੇ ਸਾਡੇ ਸੇਵਾ ਸਿੰਘ ਹੁੰਦੇ ਸੀ IAS। ਅੱਛਾ। ਮੈਨੂੰ ਕਿਸੇ ਨੇ ਕਿਹਾ ਕਿ ਉਹਨਾਂ ਕੋਲ ਕੁਝ ਸੀਟਸ ਹੁੰਦੀਆਂ 10 ਸੀਟਾਂ ਉਹ ਕੰਡੋਨ ਕਰ ਸਕਦੇ ਆ, ਤੁਸੀਂ ਉਹਨਾਂ ਕੋਲੇ ਚਲੇ ਜਾਓ। ਖੈਰ ਮੈਂ ਉਹਨਾਂ ਕੋਲੇ ਜਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਮੈਂ ਉਹਨਾਂ ਤੱਕ ਪਹੁੰਚੀ। ਤੇ ਜਦੋਂ ਮੈਨੂੰ ਉਹਨਾਂ ਨੇ ਅੰਦਰ ਬੁਲਾਇਆ ਤੇ 4-5 ਜਾਣੇ ਉਹਨਾਂ ਕੋਲ ਅੰਦਰ ਬੈਠੇ ਸੀ। ਮੈਂ ਉਹਨਾਂ ਨੂੰ ਸਮੱਸਿਆ ਸਮਝਾਈ ਵੀ ਸਰ ਮੇਰੇ ਇੰਨੇ % ਮਾਰਕਸ ਹੈ, ਮੈਨੂੰ ਐਡਮਿਸ਼ਨ ਨਹੀਂ ਮਿਲ ਰਹੀ, ਇਸ ਤਰ੍ਹਾਂ ਐਡਮਿਸ਼ਨ ਮਿਲ ਰਿਹਾ। ਹੀ ਸੈਡ ਬੀਬਾ ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਈ। ਤੇ ਕਿਉਂਕਿ ਹੁਣ ਪਾਪਾ ਜੀ ਨੇ ਆਪਣੀ ਲੜਾਈ ਖੁਦ ਲੜਨੀ ਸਿਖਾਤੀ ਹੋਈ ਸੀ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਤੁਸੀਂ, ਤੁਹਾਨੂੰ ਇਸ ਕਰਕੇ ਮੇਰੀ ਗੱਲ ਸਮਝ ਨਹੀਂ ਆਈ ਕਿ ਤੁਸੀਂ ਕਿਉਂਕਿ ਉਹ ਕੁਰਸੀ ਤੇ ਬੈਠੇ ਹੋਏ ਹੋ, ਜੇ ਤੁਸੀਂ ਮੇਰੀ ਵਾਲੀ ਥਾਂ ਤੇ ਖੜੇ ਹੁੰਦੇ ਤਾਂ ਤੁਹਾਨੂੰ ਮੇਰੀ ਸਾਰੀ ਪ੍ਰੋਬਲਮ ਸਮਝ ਆ ਜਾਂਦੀ। ਵਾਹ ਜੀ ਵਾਹ। ਠੀਕ ਹੈ। ਤੇ ਉਹਨਾਂ ਨੇ ਖੈਰ ਜੋ ਵੀ ਇਮੀਡੀਏਟਲੀ ਸਮਝ ਨਹੀਂ ਆਇਆ ਉਹਨਾਂ ਨੂੰ ਕੀ ਹੋਇਆ, ਉਹਨਾਂ ਨੇ ਆਪਣਾ ਲੈਟਰ ਪੈਡ ਲਿਆ, ਉਹਦੇ ਤੇ ਲਿਖ ਕੇ ਪ੍ਰਿੰਸੀਪਲ ਨੂੰ ਲੈਟਰ ਦੇਤਾ ਕਿ ਚਲੋ ਜੀ ਇਹਨੂੰ ਸੀਟ ਦੇ ਦਿਓ। ਪਰ ਮੇਰਾ ਰਸਤੇ ਚ ਜਾਂਦਿਆਂ ਪਤਾ ਨਹੀਂ ਕੀ ਮਾਈਂਡ ਚੇਂਜ ਹੋਇਆ, ਮੈਂ ਕਿਹਾ ਮੈਂ ਨਹੀਂ B.Ed ਕਰਨੀ। ਉਸ ਗੱਲ 'ਚ ਤੁਹਾਡਾ ਮਨ ਖੱਟਾ ਹੋ ਗਿਆ? ਹਾਂਜੀ। B.Ed ਤੋਂ ਮਨ ਬੁੱਝ ਗਿਆ ਕਿ ਨਹੀਂ ਕਰਨੀ, ਵਾਪਸ ਚਲੀ ਗਈ। ਫਿਰ ਪਾਪਾ ਜੀ ਕਹਿੰਦੇ ਹੁਣ ਪੁੱਛ ਤੇ ਕਰ ਲੈ, ਕਹਿੰਦੇ ਜਦ ਤੱਕ ਤੇਰਾ ਵਿਆਹ ਨਹੀਂ ਹੁੰਦਾ ਤਦ ਤੱਕ ਤੂੰ ਕੁਛ ਕਰ ਲੈ, ਉਦੋਂ ਤੱਕ ਆਪਣਾ ਮੁੰਡਾ ਲੱਭਦੇ ਆ। ਐਸੇ ਡੋਕੇ ਤੇ ਮੈਂ ਫਿਰ ਵਾਪਸ ਯੂਨੀਵਰਸਿਟੀ ਆ ਗਈ। ਫਿਰ ਵੀ ਕਿਉਂਕਿ ਉਦੋਂ ਤੱਕ ਐਡਮਿਸ਼ਨਾਂ ਹੋ ਚੁੱਕੀਆਂ ਸੀਗੀਆਂ ਤੇ ਸਿਰਫ ਇੱਕ ਐਂਸ਼ੀਅੰਟ ਹਿਸਟਰੀ ਡਿਪਾਰਟਮੈਂਟ ਸੀ ਜਿੱਥੇ ਸਾਨੂੰ ਲੱਗਿਆ ਵੀ ਐਡਮਿਸ਼ਨ ਕਿਸੇ ਤਰ੍ਹਾਂ ਹੋ ਸਕਦੀ ਹੈ। ਠੀਕ ਹੈ। ਉਹ ਵੀ ਕਹਿੰਦੇ ਜੀ ਸਾਡੀਆਂ ਸੀਟਾਂ ਫੁੱਲ ਹੋ ਗਈਆਂ। ਚਲੋ ਫਿਰ ਕਿਸੇ ਤਰ੍ਹਾਂ ਜਿਹੜੇ ਪੋਲੀਟੀਕਲ ਸਾਡੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਲੀਡਰ ਸੀਗੇ ਉਹਨਾਂ ਨੂੰ ਕਹਿ ਕਹਾ ਕੇ ਸੀਟਾਂ ਐਕਸਟੈਂਡ ਕਰਾਈਆਂ 5 ਸੀਟਾਂ। ਅੱਛਾ। 30 ਤੋਂ 35। ਅੱਛਾ।
ਤੇ ਉਹ 'ਚ ਫਿਰ ਜਿਹੜੇ ਬੱਚੇ ਵੇਟਿੰਗ ਸੀਗੇ ਉਹ ਵੀ ਆ ਗਏ ਤੇ ਮੈਨੂੰ ਵੀ ਐਡਮਿਸ਼ਨ ਮਿਲ ਗਿਆ। ਔਰ admission ਤੁਹਾਨੂੰ ਐਮਏ ਇੰਗਲਿਸ਼ 'ਚ ਐਡਮਿਸ਼ਨ ਮਿਲਿਆ, ਫਿਰ ਤੁਸੀਂ ਆਰਕਾਈਵਸ ਦੇ ਡਿਪਾਰਟਮੈਂਟ ਵੀ ਤੁਹਾਨੂੰ ਮਿਲਿਆ, ਫਿਰ ਚੰਡੀਗੜ੍ਹ 'ਚ ਤੁਹਾਡੀਆਂ ਭੈਣ ਜੀ ਇਹ ਜਿਹੜੀਆਂ ਸੱਭਿਆਚਾਰਕ ਗਤੀਵਿਧੀਆਂ ਉਹ ਕੀ ਰਹੀਆਂ? ਹਾਂਜੀ, ਉਹ ਇਸ ਤਰ੍ਹਾਂ ਸੀ ਜਦੋਂ ਫਿਰ ਪਹਿਲਾਂ ਵੀ ਮਤਲਬ ਜਦੋਂ ਮੈਂ ਐਮਏ ਕਰ ਰਹੀ ਸੀਗੀ ਤਾਂ ਸਾਡੇ ਹੋਸਟਲ ਇੱਕ ਫੰਕਸ਼ਨ ਸੀ ਸਰੋਜਨੀ ਹਾਲ ਦੇ ਵਿੱਚ, ਉਹ ਇਨੌਗਰਲ ਫੰਕਸ਼ਨ ਹੁੰਦਾ ਜਿਸ ਤਰ੍ਹਾਂ, ਤੇ ਉਹਦੇ 'ਚ ਡਾਕਟਰ ਸੁਰਿੰਦਰ ਸ਼ਰਮਾ ਨੇ ਕੈਮਿਸਟਰੀ ਦੇ ਪ੍ਰੋਫੈਸਰ ਨੇ ਤੇ ਮੇਰੇ ਗੁਰੂ ਨੇ ਉਹਨਾਂ ਨੇ ਜਦੋਂ ਹੋਸਟਲ ਦੇ ਫੰਕਸ਼ਨ ਲਈ ਗਿੱਧਾ ਕਰਾਉਣਾ ਸੀ ਤਾਂ ਉਹ ਕਹਿੰਦੇ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਨਾ ਲੰਬੀਆਂ ਉੱਚੀਆਂ ਉਹਨਾਂ ਨੂੰ ਬੁਲਾ ਲਓ। ਅੱਛਾ। ਤੇ ਉਹਨਾਂ ਨੇ ਬੁਲਾਇਆ, ਉਹਨਾਂ ਨੇ ਮੈਨੂੰ ਪੁੱਛਿਆ ਗਿੱਧਾ ਕੀਤਾ ਕਦੇ? ਮੈਂ ਕਿਹਾ ਜੀ ਮੈਂ ਨਹੀਂ ਕਦੇ ਗਿੱਧਾ ਗੁੱਧਾ ਕੀਤਾ, ਬਾਕੀ ਐਕਟੀਵਿਟੀਜ਼ ਕੀਤੀਆਂ ਨੇ। ਤੇ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਕਰਵਾ ਤੇ ਮੈਂ ਲਵਾਂਗਾ। ਯਾਨੀ ਉਹਨਾਂ ਨੇ ਉੱਥੋਂ ਮੈਨੂੰ ਸਟਾਰਟ ਕਰਾਇਆ ਗਿੱਧਾ, ਉਹਨਾਂ ਨੇ ਮੈਨੂੰ ਉੱਥੇ ਕਰਾਇਆ। ਫਿਰ ਅਸੀਂ ਸਟੇਜ ਤੇ ਵੀ ਫਿਰ ਮੈਂ ਗਿੱਧਾ ਵੀ ਸਿੱਖ ਲਿਆ, ਭੰਗੜਾ ਵੀ ਸਿੱਖ ਲਿਆ, ਫਿਰ ਮੈਂ ਡਰਾਮੇ ਵੀ ਕੀਤੇ। ਮੇਰਾ ਇੱਕ ਪਲੇ ਸੀਗਾ ਪਾਰੋ। ਅੱਛਾ। ਹਾਂਜੀ, ਉਹ ਬਹੁਤ ਮਸ਼ਹੂਰ ਹੋਇਆ, ਬਹੁਤ ਖੇਡਿਆ ਉਹ ਮੈਂ ਪਲੇ। ਅਜਮੇਰ ਸਿੰਘ ਔਲਖ ਜੀ ਦੇ ਪਲੇ ਵੀ ਮੈਂ ਖੇਡਿਆ ਤੇ ਮਾਨਸਾ ਦੀ ਟੀਮ ਨਾਲ, ਹਨਾ, ਤੇ ਮਤਲਬ ਪਲੇ ਵੀ ਮੈਂ ਖੇਡੇ। ਫਿਰ ਉਸ ਤੋਂ ਬਾਅਦ ਉਹਨਾਂ ਦੇ ਦੋਸਤ ਸੀਗੇ ਵਰਿੰਦਰ ਜੀ। ਅੱਛਾ, ਜਿਹੜੇ ਕਲਾਕਾਰ ਸੀਗੇ, ਫਿਲਮੀ ਕਲਾਕਾਰ। ਹਾਂਜੀ, ਜਿਹੜੇ ਫਿਲਮਾਂ 'ਚ, ਹਾਂਜੀ ਫਿਲਮਾਂ 'ਚ ਦੇ ਐਕਟਰ, ਡਾਇਰੈਕਟਰ, ਰਾਈਟਰ, ਪ੍ਰੋਡਿਊਸਰ, ਮਤਲਬ ਉਹਨਾਂ ਦਾ ਨਾਮ ਤਾਂ ਮੇਰਾ ਖਿਆਲ ਹੈ ਸ਼ਾਇਦ ਹੀ ਕੋਈ ਪੰਜਾਬੀ ਹੋਏ ਜਿਹੜਾ ਨਾਂ ਜਾਣਦਾ ਹੋਵੇ। ਉਹ ਡਾਕਟਰ ਸਾਹਿਬ ਦੇ ਦੋਸਤ ਸੀਗੇ ਤੇ ਉਹ ਡਾਕਟਰ ਸਾਹਿਬ ਸਾਡੇ ਪਲੇ ਦੀ ਰਿਹਰਸਲ ਕਰਾਉਣ ਆਏ ਸੀ। ਉਹ ਕਹਿੰਦੇ ਵੀ ਚੱਲ ਵਰਿੰਦਰ, ਨਾਲੇ ਆਪਾਂ ਪੰਮੀ ਨੂੰ ਮਿਲ ਕੇ ਆਉਂਦੇ ਹਾਂ, ਨਾਲੇ ਮੈਂ ਤੈਨੂੰ ਉਹਨਾਂ ਦਾ ਪਲੇ ਦੀ ਰਿਹਰਸਲ ਕਰਾਉਣੀ ਹੈ, ਚੱਲ ਨਾਲੇ ਰਿਹਰਸਲ ਕਰਾਇਆ ਵਾ। ਠੀਕ ਹੈ। ਤੇ ਜਦੋਂ ਉਹ ਰਿਹਰਸਲ ਕਰਾਉਣ ਆਏ ਤਾਂ ਉਹਨਾਂ ਨੇ ਮੇਰੇ ਰਿਹਰਸਲ ਦੇਖਦੇ ਸਾਰ ਹੀ ਉਹਨਾਂ ਨੇ ਕਿਹਾ ਵੀ ਇਹ ਕੁੜੀ ਤੋਂ ਤਾਂ ਮੈਂ ਆਪਣੀ ਫਿਲਮ 'ਚ ਕੰਮ ਕਰਾਉਣਾ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਉਹ ਸ਼ਾਇਦ ਉਸ ਦਿਨ ਮੈਨੂੰ ਮਤਲਬ ਕੁਛ ਹੱਦ ਤੱਕ ਯਕੀਨ ਨਹੀਂ ਸੀ ਆਇਆ ਕਿ ਕਹਿਣਾ ਤੇ ਕਰਨਾ ਕਈ ਵਾਰੀ ਫਰਕ ਹੋ ਜਾਂਦਾ। ਪਰ ਇਹ ਵੀ ਤੁਹਾਡੇ ਅੰਦਰ ਜਿਹੜੀ ਅਰਜ਼ ਸੀ ਅੱਗੇ ਵਧਣ ਦੀ, ਉਹ ਤਾਂ ਬਰਕਰਾਰ ਸੀ ਨਾ। ਤੁਹਾਡੇ ਵਾਸਤੇ ਹੁਣ ਇੱਕ ਨਵਾਂ ਚੈਲੰਜ ਤੁਹਾਡੇ ਸਾਹਮਣੇ ਆ ਗਿਆ ਔਰ ਉਹਨੂੰ ਵੀ ਤੁਸੀਂ ਐਕਸੈਪਟ ਕੀਤਾ। ਹਾਂਜੀ ਬਿਲਕੁਲ, ਪਰ ਮੈਨੂੰ ਕਦੇ ਉਮੀਦ ਨਹੀਂ ਸੀ ਕਿ ਇੱਕ ਪਿੰਡ ਚੋਂ ਉੱਠ ਕੇ ਮੈਂ ਇੱਥੇ ਤੱਕ ਪਹੁੰਚਾਂਗੀ। ਤੇ ਫਿਰ ਮੈਨੂੰ ਉਹਨਾਂ ਨੇ ਫਿਲਮ ਬਣਾਈ, ਉਹਨਾਂ ਨੇ ਯਾਰੀ ਜੱਟ ਦੀ। ਅੱਛਾ। ਤੇ ਉਹ ਫਿਲਮ 'ਚ ਉਹਨਾਂ ਨੇ ਮੈਨੂੰ ਬੜਾ ਮੇਨ ਕੈਰੈਕਟਰ, ਮਤਲਬ ਮੇਰੀ ਉਮਰ ਤੋਂ 33 ਤਿਗਣੀ ਉਮਰ ਦਾ ਕਹਿ ਲਓ। ਅੱਛਾ, ਠੀਕ ਹੈ। ਅੱਛਾ। ਜਿਹੜੇ ਉਹਦੇ ਹੀਰੋਇਨ ਸੀਗੀ ਪ੍ਰੀਤੀ ਸਪਰੂ, ਉਹਦੀ ਮਦਰ ਇਨ ਲਾਅ ਦਾ ਕੈਰੈਕਟਰ, ਸਟੈਪ ਮਦਰ ਦਾ ਮੈਂ ਕੈਰੈਕਟਰ ਕੀਤਾ ਉਹਦੇ ਵਿੱਚ, ਮਤਰੇਈ ਮਾਂ। ਤੇ ਉਹ ਕੈਰੈਕਟਰ ਮਤਲਬ ਸਾਰੀ ਫਿਲਮ ਸੀਗਾ। ਡਬਿੰਗ ਵੀ ਉਹਦੀ ਮੈਂ ਖੁਦ ਕੀਤੀ ਸੀ। ਉਹ ਬੰਬੇ, ਉਦੋਂ ਮੇਰਾ ਵਿਆਹ ਹੋਇਆ ਸੀ। ਜਦੋਂ ਮੈਂ ਫਿਲਮ ਕੀਤੀ ਹੈ ਉਦੋਂ ਮੈਂ ਅਨਮੈਰਿਡ ਸੀ। ਅੱਛਾ ਅੱਛਾ ਅੱਛਾ। ਤੇ ਜਦੋਂ ਮੈਂ ਡਬਿੰਗ ਕਰਨ ਗਈ ਹਾਂ ਉਦੋਂ ਮੈਂ ਤੇ ਮੇਰੇ ਹਸਬੈਂਡ ਦੋਨੋਂ ਗਏ ਸੀ ਅਸੀਂ ਬੰਬੇ ਡਬਿੰਗ ਵਾਸਤੇ। ਤੇ ਉਹਦੀ ਚਲੋ ਡਬਿੰਗ ਹੋ ਗਈ। ਮਤਲਬ ਵਰਿੰਦਰ ਜੀ ਨੇ ਕਿਹਾ ਸੀ ਵੀ ਇਹਦੀ ਆਵਾਜ਼ ਮੈਨੂੰ ਬਹੁਤ ਪਸੰਦ ਹੈ ਤੇ ਮੈਂ ਆਵਾਜ਼ ਐਸੀ ਦਮਦਾਰ ਆਵਾਜ਼ ਹੈ ਤੇ ਮੇਰੇ ਖਿਆਲ ਚ ਵਰਿੰਦਰ ਜੀ ਨੇ ਤੁਹਾਡੀ ਆਵਾਜ਼ ਤੇ ਫਿਦਾ ਹੋ ਗਏ। ਵਾਕਈ ਵਾਕਈ ਵਾਕਈ। ਔਰ ਸਰੋਤਿਓ, ਭੈਣ ਜੀ ਦੀ ਆਵਾਜ਼ ਐਡੀ ਦਮਦਾਰ ਹੈ, ਹੁਣ ਵੀ ਮੈਂ ਇਹਨਾਂ ਨੂੰ ਆਖਿਆ ਵੀ ਮਾਈਕ ਥੋੜਾ ਜਿਹਾ ਤੁਸੀਂ ਨਾ ਫੋਨ ਦਾ ਪਾਸੇ ਰੱਖਿਓ ਤੇ ਨਹੀਂ ਤਾਂ ਇਹ ਆਵਾਜ਼ ਸਭ ਤੋਂ ਇੱਥੇ ਸੁਣੀ ਨਹੀਂ ਜਾਣੀ, ਇੰਨੀ ਹੋ ਜਾਣੀ ਸੀ। ਹਾਂਜੀ, ਹੈਲੋ। ਹੈਲੋ। ਹਾਂਜੀ ਹਾਂਜੀ, ਤੁਸੀਂ ਕਰੋ ਕੰਟੀਨਿਊ। ਠੀਕ ਹੈ। ਕੰਮ ਕੀਤੀ ਉਹਨਾਂ ਨਾਲ। ਹਾਂ। ਆਵਾਜ਼ ਘੱਟ ਗਈ ਤੁਹਾਡੀ, ਮਾਈਕ ਨੇੜੇ ਕਰਿਓ। ਹਾਂਜੀ ਹਾਂਜੀ। ਡਾਕਟਰ ਸੁਰਿੰਦਰ ਸ਼ਰਮਾ ਕੋਲੇ ਜਸਪਾਲ ਪੱਟੀ ਆਏ। ਅੱਛਾ। ਤੇ ਜਸਪਾਲ ਪੱਟੀ ਨੇ ਕਿਹਾ ਵੀ ਮੈਂ ਕੋਈ ਦੂਰਦਰਸ਼ਨ ਲਈ ਕੋਈ ਪ੍ਰੋਗਰਾਮ ਕਰਨਾ ਚਾਹੁੰਦਾ। ਤੇ ਉਸ ਤੋਂ ਪਹਿਲਾਂ ਜਸਪਾਲ ਪੱਟੀ ਜੀ ਨੇ ਕੋਈ ਟੀਵੀ ਤੇ ਜਾਂ ਕਿਤੇ ਕੋਈ ਪ੍ਰੋਗਰਾਮ ਨਹੀਂ ਸੀ ਪਹਿਲਾਂ ਕੀਤਾ। ਅੱਛਾ। ਤੇ ਉਹ ਡਾਕਟਰ ਸੁਰਿੰਦਰ ਸ਼ਰਮਾ ਕਹਿੰਦੇ ਚਲੋ ਆਪਾਂ ਇਹਦੇ 'ਚ ਇੱਕ ਕਰੈਕਟਰ ਜਿਹੜਾ ਫੀਮੇਲ ਕਰੈਕਟਰ ਵਾਸਤੇ ਪੰਮੀ ਨੂੰ ਲੈਂਦੇ ਹਾਂ। ਅੱਛਾ। ਮੇਰੇ ਹੌਸਟਲ ਆਏ, ਸਕ੍ਰਿਪਟ ਦਿਖਾਈ, ਗੱਲਬਾਤ ਹੋਈ ਸਾਡੀ ਤੇ ਮੈਨੂੰ ਵੈਸੇ ਵੀ ਵਧੀਆ ਲੱਗੇ ਇਨਸਾਨ ਉਹ। ਚਲੋ ਜੀ ਅਸੀਂ ਇਕੱਠੇ ਕੰਮ ਕੀਤਾ, ਤਕਰੀਬਨ 1 ਸਾਲ ਅਸੀਂ
ਸਾਡਾ ਪ੍ਰੋਗਰਾਮ ਆਉਂਦਾ ਹੁੰਦਾ ਸੀ ਜਲੰਧਰ ਦੂਰਦਰਸ਼ਨ ਤੋਂ, ਰੰਗ ਚ ਭੰਗ। ਅੱਛਾ ਅੱਛਾ, ਠੀਕ ਹੈ। ਉਦੋਂ ਹਾਂਜੀ ਚਿੱਤਰਹਾਰ ਚੱਲਦਾ ਹੁੰਦਾ ਸੀ। ਚਿੱਤਰਹਾਰ ਚ ਕੋਈ 2-3 ਮਿੰਟ ਦੀ ਸਕਿੱਟ ਹੁੰਦੀ ਸੀ ਬਸ, ਛੋਟੀ ਜਿਹੀ, 3 ਮਿੰਟ ਦੀ ਮੈਕਸਿਮਮ। ਅੱਛਾ ਅੱਛਾ। ਤੇ ਪਰ ਉਹਦੇ ਚ ਸੁਨੇਹਾ ਬਹੁਤ ਵੱਡਾ ਹੁੰਦਾ ਸੀ। ਤੁਹਾਨੂੰ ਜਸਪਾਲ ਭੱਟੀ ਬਾਰੇ ਸਾਰੇ ਜਾਣਦੇ ਨੇ, ਕਿਸ ਤਰ੍ਹਾਂ ਦੇ ਉਹ ਸ਼ੋਜ਼ ਕਰਦੇ ਸੀ ਜਾਂ ਬਣਾਉਂਦੇ ਸੀ। ਠੀਕ ਹੈ ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਉਹ ਕੀਤਾ, ਫਿਰ ਮੈਂ ਇੱਕ ਪ੍ਰੋਗਰਾਮ ਕੱਚ ਦੀਆਂ ਮੁੰਦਰਾਂ ਕੀਤਾ, ਫਿਰ ਮੈਂ ਇੱਕ ਟੈਲੀ ਫਿਲਮ ਕੀਤੀ ਇੱਕ ਸਧਾਰਨ ਆਦਮੀ। ਤੇ ਉਹਦੇ ਚ ਮਤਲਬ ਅੱਜ ਕੱਲ ਜਿਹੜੇ ਮਸ਼ਹੂਰ ਐਕਟਰ ਨੇ ਸੁਖਬੀਰ ਜੀ, ਪੰਜਾਬੀ ਫਿਲਮਾਂ ਚ ਆਉਂਦੇ ਨੇ ਕਾਫੀ, ਉਹ ਸੀਗੇ ਮੇਰੇ ਨਾਲ, ਜਿਹੜਾ ਮੇਲ ਕੈਰੈਕਟਰ ਮੇਨ ਸੀਗੇ। ਤੇ ਉਸ ਤੋਂ ਬਾਅਦ ਫਿਰ ਮੈਨੂੰ ਮੇਰਾ ਮੇਲ ਹੋਇਆ, ਮੈਂ ਫਿਲਮ ਕੀਤੀ ਉਸ ਤੋਂ ਬਾਅਦ ਇੱਕ ਜ਼ੋਰਾਵਰ। ਹੈਲੋ, ਹਾਂਜੀ ਹਾਂਜੀ, ਚਲੋ ਮੈਂ ਸੁਣ ਰਿਹਾ ਜੀ। ਹਾਂਜੀ ਹਾਂਜੀ ਹਾਂਜੀ, ਹਾਂ, ਜ਼ੋਰਾਵਰ ਫਿਲਮ ਕੀਤੀ ਉਸ ਤੋਂ ਬਾਅਦ ਮੈਂ। ਤੇ ਫਿਰ ਕੱਚ ਦੀਆਂ ਮੁੰਦਰਾਂ, ਇਸ਼ਕ ਨਾ ਪੁੱਛੇ ਜ਼ਾਤ, ਤੇਰੀਆਂ ਮੁਹੱਬਤਾਂ, ਸੁੱਖਾ, ਮਾਹੌਲ ਠੀਕ ਹੈ, ਸਰਪੰਚ ਚ ਵੀ, ਤੇ ਇੱਕ ਹੋਰ ਫਿਲਮ ਚ ਵੀ ਪਹਿਲਾਂ ਮੈਂ ਭੰਗੜਾ ਵਗੈਰਾ ਵੀ ਕੀਤਾ ਸੀਗਾ। ਸੋ ਮਤਲਬ ਇਸ ਤਰ੍ਹਾਂ ਮੈਨੂੰ ਕੋਈ 7-8 ਫਿਲਮਾਂ ਕਰਨ ਦਾ ਪੰਜਾਬੀ ਮੌਕਾ ਮਿਲਿਆ। ਬਹੁਤ ਅੱਛੇ, ਬਹੁਤ ਅੱਛੇ। ਔਰ ਮੈਂ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਭੈਣ ਜੀ ਨੇ ਆਪਣੇ ਬਾਰੇ ਦੱਸਿਆ ਵੀ ਕਿਵੇਂ ਇਹਨਾਂ ਨੇ ਫਿਲਮਾਂ ਦੇ ਵਿੱਚ ਆਪਣਾ ਪੈਰ ਜਮਾਏ, ਧਾਕ ਜਮਾਈ। ਤੇ ਮੈਂ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਭੈਣ ਜੀ ਹੋਰੀ ਸਮਾਜ ਸੇਵਾ ਨਾਲ, ਟਰੀ ਪਲਾਂਟੇਸ਼ਨ, ਇਹਨਾਂ ਨਾਲ ਵੀ ਜੁੜੇ ਹੋਏ ਹੈ। ਇਹਨਾਂ ਨਾਲ ਮੁਲਾਕਾਤ ਮੇਰੀ ਫਰੀਦਕੋਟ ਹੋਈ ਜਦੋਂ ਅਸੀਂ ਉੱਥੇ ਕੋਈ ਪਲਾਂਟੇਸ਼ਨ ਕਰਨੀ ਸੀ, ਤੇ ਭੈਣ ਜੀ ਸਪੈਸ਼ਲੀ ਚੰਡੀਗੜ੍ਹ ਤੋਂ ਚੱਲ ਕੇ ਆਏ ਉੱਥੇ ਪਲਾਂਟੇਸ਼ਨ 'ਚ ਹਿੱਸਾ ਲੈਣ ਲਈ। ਔਰ ਉੱਥੇ ਮੈਂ ਹੈਰਾਨ ਹੋਇਆ ਕਿ ਭੈਣ ਜੀ ਜਦੋਂ ਮੇਰੇ ਸਾਹਮਣੇ ਆਏ ਤਾਂ ਮੈਂ ਕਿਹਾ, ਤੁਸੀਂ ਭੈਣ ਜੀ? ਇਹ ਕਹਿੰਦੇ ਵੀ ਤੁਸੀਂ ਤਾਂ ਸਾਨੂੰ ਨਹੀਂ ਜਾਣਦੇ ਤੇ ਅਸੀਂ ਤੁਹਾਨੂੰ ਜਾਣਦੇ। ਮੈਂ ਬੜਾ ਹੈਰਾਨ ਇਸ ਗੱਲ ਤੇ ਫੇਸਬੁੱਕ ਤੇ ਕਿਉਂਕਿ ਦੇਖਦੇ ਰਹਿੰਦੇ ਸੀ, ਉਸ ਤੋਂ ਬਾਅਦ ਗੱਲਾਂ ਬਾਤਾਂ ਹੋਈਆਂ, ਭੈਣ ਜੀ ਦਾ ਮੈਂ ਸਿਰ ਤੇ ਪਿਆਰ ਦਿੱਤਾ। ਔਰ ਉੱਥੇ ਮੈਨੂੰ ਪਤਾ ਲੱਗਾ ਸਰੋਤਿਓ ਕਿ ਇਹ ਇਹਨਾਂ ਦਾ ਹਿਰਦਾ ਕਿੰਨਾ ਕੋਮਲ ਹੈ, ਇਹਨਾਂ ਦੀਆਂ ਅੱਖਾਂ 'ਚ ਹੰਝੂ ਵਗ ਤੁਰੇ। ਤੇ ਮੈਂ ਹੈਰਾਨ, ਮੈਂ ਕਿਹਾ ਕੀ ਗੱਲ ਹੋ ਗਈ? ਫਿਰ ਇਹਨਾਂ ਨੇ ਮੈਨੂੰ ਦੱਸਿਆ ਕਿ ਵੀਰ ਜੀ ਅੱਜ ਤੁਸੀਂ ਜੋ ਮੈਨੂੰ ਪਿਆਰ ਦਿੱਤਾ ਹੈ, ਅੱਜ ਮੇਰੇ ਸਿਰ ਤੋਂ ਪਲੋਸਿਆ ਤੁਸੀਂ, ਇਹ ਵਾਕਈ ਮੁੱਦਤਾਂ ਬਾਅਦ ਮੇਰੇ ਸਿਰ ਤੇ ਕਿਸੇ ਨੇ ਹੱਥ ਰੱਖਿਆ। ਇਹ ਇੱਕ ਕੋਮਲ ਹਿਰਦੇ ਦੀ ਨਿਸ਼ਾਨੀ ਹੈ ਕਿ ਇਹਨਾਂ ਨੇ ਲਿਟਰੇਰੀ ਤੌਰ ਤੇ ਫਿਲਮਾਂ ਦੇ ਵਿੱਚ ਆ ਕੇ ਤੇ ਇੱਕ ਪਰਸਨੈਲਿਟੀ ਦੇ ਤੌਰ ਤੇ ਵੀ ਇਹ ਬੜੇ ਹੀ ਇੱਕ ਨਾਜ਼ੁਕ ਤੇ ਕੋਮਲ ਹਿਰਦੇ ਦੇ ਮਾਲਕ ਹੈ। ਤੇ ਹਾਂਜੀ ਭੈਣ ਜੀ, ਫਿਰ ਤੁਸੀਂ ਅੱਗੇ ਫਿਲਮਾਂ ਦਾ ਸਫ਼ਰ ਕਿੱਥੋਂ ਤੱਕ ਜਾਰੀ ਰਿਹਾ ਤੇ ਫਿਰ ਤੁਹਾਨੂੰ ਨੌਕਰੀ ਕਦੋਂ ਮਿਲੀ ਜੀ? ਹਾਂਜੀ, ਜੌਬ ਮੈਨੂੰ ਮਿਲੀ ਸੀਗੀ, ਦੇਖੋ ਮੇਰੀ ਮੈਰਿਜ ਹੋਈ ਸੀ 1986 ਚ, 25 ਮਈ 1986 ਨੂੰ। ਤੇ ਇਹ ਜੌਬ ਮੇਰੀ ਲੱਗੀ ਸੀ 6 ਅਗਸਤ 1987 ਚ। ਵਿਆਹ ਤੋਂ ਕੋਈ 7 ਸਾਲ ਬਾਅਦ ਮੇਰੀ ਜੌਬ ਲੱਗੀ ਸੀ ਡਿਪਾਰਟਮੈਂਟ ਆਫ ਆਰਕਾਈਵ ਪੰਜਾਬ ਵਿੱਚ। ਮੈਂ ਐਜ਼ ਅ ਰਿਸਰਚ ਅਸਿਸਟੈਂਟ ਜੁਆਇਨ ਕੀਤਾ ਸੀ। ਐਜ਼ ਆਰਕਾਈਵਿਸਟ ਰਿਟਾਇਰ ਹੋਈ ਹਾਂ ਮੈਂ ਉੱਥੋਂ। ਤੇ ਉੱਥੇ ਦਾ ਜਿਹੜਾ ਸਫ਼ਰ ਸੀ ਮੇਰਾ, ਉਹ ਵੀ ਬਹੁਤ ਖੂਬਸੂਰਤ ਰਿਹਾ। ਉੱਥੇ ਮੇਰੇ ਕੋਲ ਤਕਰੀਬਨ ਰਿਸਰਚ ਸਕਾਲਰਸ ਆਉਂਦੇ ਸੀਗੇ ਇੰਡੀਆ ਤੋਂ, ਪੰਜਾਬ ਮਤਲਬ ਪੰਜਾਬ ਦੀਆਂ ਜਿੰਨੀਆਂ ਯੂਨੀਵਰਸਿਟੀਜ਼ ਆ ਉੱਥੋਂ, ਕੈਨੇਡਾ ਤੋਂ, ਅਮਰੀਕਾ ਤੋਂ, ਆਪਣਾ ਸਾਡਾ ਜਰਮਨੀ ਤੋਂ, ਠੀਕ ਹੈ, ਇੰਗਲੈਂਡ ਤੋਂ, ਮਤਲਬ ਵੱਖਰੇ ਵੱਖਰੇ ਕੰਟਰੀਜ਼ ਦੇ ਸਟੂਡੈਂਟਸ ਆਉਂਦੇ ਸੀ ਪੰਜਾਬ ਦੇ ਕਿਸੇ ਨਾ ਕਿਸੇ ਰਿਲੇਟਡ ਵਿਸ਼ੇ ਨਾਲ ਖੋਜ ਕਰਨ। ਠੀਕ ਹੈ। ਤੇ ਉਹਨਾਂ ਨੂੰ ਮੈਂ ਅਸਿਸਟ ਕਰਦੀ ਰਹੀ ਹਾਂ, ਉਹਨਾਂ ਦੀ ਹੈਲਪ ਕਰਦੀ ਰਹੀ ਹਾਂ। ਉਹਦੇ ਦੌਰਾਨ ਮੈਨੂੰ ਇੱਕ ਲੜਕੀ ਮਿਲੀ ਸੀ ਪੈਨਸਿਲਵੇਨੀਆ ਦੀ, ਤੇ ਅੱਜ ਕੱਲ ਉਹ ਆਪਣਾ ਇੱਧਰ ਜਿਹੜੇ ਅਰਬ ਕੰਟਰੀਜ਼ ਆ ਇੱਥੇ ਕਿਧਰੇ ਹੈਗੀ ਹੈ। ਤੇ ਹਾਂ, ਮਤਲਬ ਬਹੁਤ ਅੱਛੇ ਉਹ ਲੋਕ ਸਾਡੇ ਕੋਲੇ, ਬੜਾ ਅੱਛਾ ਉਹਨਾਂ ਲੋਕਾਂ ਨੇ ਸਾਰਿਆਂ ਨੇ ਕੰਮ ਕੀਤਾ। ਮੈਂ ਇੱਕ ਚੀਜ਼ ਦੱਸਣਾ ਚਾਹੂੰਗੀ ਕਿ ਜਿਹੜੇ ਰਿਕਾਰਡਸ ਨੇ ਪੰਜਾਬ ਆਰਕਾਈਵ ਦੇ, ਇਹ ਇੱਕ ਬਹੁਤ ਵੱਡਮੁੱਲਾ ਖਜ਼ਾਨਾ ਹੈਗਾ ਜਿਹਨੂੰ ਲੋਕ ਬਹੁਤ ਘੱਟ ਫਰੋਲ ਰਹੇ ਆ। ਅੱਛਾ, ਠੀਕ ਹੈ। ਬਹੁਤ ਜ਼ਿਆਦਾ ਇਨਫੋਰਮੇਸ਼ਨ ਉੱਥੇ ਪਈ ਹੈ ਜਿਹੜੀ ਹਾਲੇ ਵੀ ਲੋਕਾਂ ਤੱਕ ਪਹੁੰਚਣੀ ਬਾਕੀ ਹੈ, ਤੇ ਉਹਨੂੰ ਸ਼ਾਇਦ ਸਦੀਆਂ ਲੱਗ ਸਕਦੀਆਂ ਨੇ ਲੋਕਾਂ ਤੱਕ ਪਹੁੰਚਾਉਣ ਚ, ਇੰਨਾ ਕੁ ਮਟੀਰੀਅਲ ਪਿਆ ਹੈਗਾ।
ਉਹ ਲੜਕੀ ਮੇਰੇ ਕੋਲੇ ਰਿਸਰਚ ਕਰਕੇ ਗਈ ਸੀ ਇੰਡੀਅਨ ਮੈਡੀਸਨ ਤੇ, ਠੀਕ ਹੈ। ਤੇ ਸਾਡੇ ਆਪਣੇ ਡਾਕਟਰਸ ਦਾ ਰੁਝਾਨ, ਜਿਹੜੇ ਈਵਨ ਆਯੁਰਵੈਦਿਕ ਦੇ ਡਾਕਟਰਸ ਵੀ ਹੈਗੇ ਆ, ਅਗਰ ਮੈਨੂੰ ਕੋਈ ਡਾਕਟਰ ਸੁਣ ਰਹੇ ਨੇ ਤਾਂ ਮੈਂ ਉਹਨਾਂ ਨੂੰ ਵੀ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਪੰਜਾਬ ਆਰਕਾਈਵ ਦੇ ਵਿੱਚ ਇੰਨਾ ਵੱਡਾ ਖਜ਼ਾਨਾ ਹੈਗਾ ਕਿ ਜਿਹੜਾ ਤੁਸੀਂ ਉੱਥੋਂ ਬਹੁਤ ਕੁਝ ਲੱਭ ਸਕਦੇ ਹੋ। ਪੁਰਾਣੇ ਨੁਸਖੇ ਪਏ ਨੇ। ਅੱਛਾ, ਵੈਦਾਂ ਦੇ ਪੁਰਾਣੇ ਨੁਸਖੇ। ਅੱਛਾ, ਹਾਂਜੀ, ਕਿਉਂਕਿ ਜਦੋਂ ਹਿੰਦੁਸਤਾਨ ਦੇ ਵਿੱਚ ਬ੍ਰਿਟਿਸ਼ ਰੂਲ ਸੀ ਤੇ ਇੱਥੇ ਬਹੁਤ ਸਾਰੀਆਂ ਮਹਾਮਾਰੀਆਂ ਉਸ ਵੇਲੇ ਵੀ ਫੈਲੀਆਂ। ਉਦੋਂ ਜਿਹੜੀਆਂ ਉਹ ਬ੍ਰਿਟੇਨ ਤੋਂ ਦਵਾਈਆਂ ਇੰਪੋਰਟ ਕਰ ਰਹੇ ਸੀ, ਉਹ ਕੰਮ ਨਹੀਂ ਸੀ ਕਰ ਰਹੀਆਂ। ਸਾਡੀਆਂ ਆਪਣੀਆਂ ਇੰਡੀਅਨ ਮੈਡੀਸਨ ਕੰਮ ਕਰ ਰਹੀਆਂ ਸੀ ਉਸ ਵੇਲੇ ਵੀ, ਠੀਕ ਹੈ। ਤੇ ਮੈਂ ਚਾਹੂੰਗੀ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਹੋਰ ਨਵੀਆਂ ਖੋਜਾਂ ਹੋਣ ਬਿਹਤਰ, ਤਾਂ ਕਿ ਅਸੀਂ ਜਿਹੜਾ ਪੁਰਾਣਾ ਜੀਵਨ ਹੈ ਉਹਦੇ ਤੇ ਆ ਸਕੀਏ। ਦੂਸਰੀ ਤੁਸੀਂ ਗੱਲ ਕੀਤੀ ਸੀ ਆਪਣੇ ਮਿਲਣ ਦੀ, ਉਹਦੇ ਚ ਵੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਸਾਰਿਆਂ ਨੂੰ, ਛੋਟਿਆਂ ਨੂੰ ਵੱਡਿਆਂ ਨੂੰ, ਖਾਸ ਤੌਰ ਤੇ ਛੋਟਿਆਂ ਨੂੰ, ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ, ਕਿ ਅਸੀਂ ਕਿਸੇ ਵੀ ਮੁਕਾਮ ਤੇ ਪਹੁੰਚ ਜਾਈਏ, ਪਰ ਜਿਹੜੀਆਂ ਸਾਡੀਆਂ ਸਮਾਜਿਕ ਅੱਛਾਈਆਂ ਨੇ ਜਾਂ ਸਾਡੀਆਂ ਕਦਰਾਂ ਕੀਮਤਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਅਸੀਂ ਉਹਨਾਂ ਨੂੰ ਤਿਲਾਂਜਲੀ ਨਾ ਦੇਈਏ, ਉਹਨਾਂ ਨੂੰ ਅਸੀਂ ਸੰਭਾਲ ਕੇ ਰੱਖੀਏ, ਉਹ ਬਹੁਤ ਜ਼ਰੂਰੀ ਹੈ। ਬਹੁਤ ਅੱਛੇ, ਬਹੁਤ ਅੱਛੇ। ਇਹ ਭੈਣ ਜੀ ਤੁਸੀਂ ਬ੍ਰਿਟਿਸ਼ ਦੇ ਜ਼ਮਾਨੇ ਦਾ ਵੀ ਉੱਥੇ ਰਿਕਾਰਡ ਵੇਖਿਆ, ਆਜ਼ਾਦੀ ਤੋਂ ਬਾਅਦ ਦਾ ਵੀ ਰਿਕਾਰਡ ਵੇਖਿਆ, ਤੁਹਾਨੂੰ ਉਸ ਬ੍ਰਿਟਿਸ਼ ਟਾਈਮ ਦਾ ਜਿਹੜਾ ਰਿਕਾਰਡ ਹੈ ਤੇ ਸਾਡਾ ਆਜ਼ਾਦੀ ਤੋਂ ਬਾਅਦ ਦਾ ਰਿਕਾਰਡ ਹੈ, ਇਹਦੇ 'ਚ ਕੋਈ ਫਰਕ ਲੱਗਿਆ? ਕਿਹੜਾ ਬੈਟਰ ਢੰਗ ਨਾਲ ਸੰਭਾਲਿਆ ਗਿਆ ਸੀ? ਦੇਖੋ ਜੀ, ਬਹੁਤ ਫਰਕ ਹੈ। ਬ੍ਰਿਟਿਸ਼ਰਸ ਨੇ ਜਿੰਨੇ ਵੀ ਫੈਸਲੇ ਲਏ ਆ, ਉਹਨਾਂ ਨੇ ਸਾਰੇ ਰਿਕਾਰਡ ਕੈਟੇਗਰਾਈਜ਼ ਕੀਤੇ। ਕੈਟੇਗਰਾਈਜ਼ ਅਸੀਂ ਹੁਣ ਵੀ ਕਰਦੇ ਆ, ਪਰ ਉਹ ਇੱਕ ਨਾਮ ਦੀ ਕੈਟੇਗਰਾਈਜ਼ੇਸ਼ਨ ਹੈ ਜਿਹੜੀ ਅੱਜ ਹੋ ਰਹੀ ਹੈ। ਮੈਂ ਬੜੇ ਖੁੱਲੇ ਮਨ ਨਾਲ ਗੱਲ ਕਰਨਾ ਚਾਹ ਰਹੀ ਹਾਂ, ਠੀਕ ਹੈ, ਕਿਉਂਕਿ ਉਸ ਵੇਲੇ ਜਿਹੜੇ ਬ੍ਰਿਟਿਸ਼ ਪੀਰੀਅਡ ਦੇ ਰਿਕਾਰਡ ਸੀ, ਬੜੇ ਅੱਛੇ ਤਰ੍ਹਾਂ ਉਹਨਾਂ ਨੇ ਲਿਖੇ, ਬੜੇ ਅੱਛੇ ਤਰ੍ਹਾਂ ਸੰਭਾਲੇ। ਸਾਡੇ ਕੋਲੇ ਜਿੰਨੇ ਉਸ ਵੇਲੇ ਡਿਪਾਰਟਮੈਂਟ ਸੀਗੇ, ਹੋਮ, ਪੋਲੀਟੀਕਲ, ਮਤਲਬ ਜੋ ਵੀ ਜਿੰਨੇ ਵੀ ਰਿਕਾਰਡ, ਪੁਲਿਸ ਦਾ ਹੋ ਗਿਆ, ਹੋਰ ਸਾਰੇ ਜਿੰਨੇ ਸਾਰੇ ਇੱਥੇ ਹੈਗੇ ਆ। ਈਵਨ ਸਾਡੇ ਕੋਲੇ ਮਹਾਰਾਜਾ ਰਣਜੀਤ ਸਿੰਘ ਦੇ ਰਿਕਾਰਡਸ ਵੀ ਪਏ ਨੇ ਇੱਥੇ, ਉਹਨਾਂ ਦਾ ਪੇਪਰ ਵੀ ਬੜਾ ਸੋਹਣਾ ਹੈਗਾ, ਠੀਕ ਹੈ। ਪਰ ਜਿਹੜੇ ਤੁਸੀਂ ਅੱਜ ਕੱਲ ਦੀ ਗੱਲ ਕਰ ਰਹੇ ਹੋ, ਆਫਟਰ ਪਾਰਟੀਸ਼ਨ 47 ਤੋਂ ਬਾਅਦ, ਅੱਜ ਕੱਲ ਤਾਂ ਮੇਰੇ ਖਿਆਲ ਜਿਹੜੇ ਹੁਣ ਪਿੱਛੇ ਰਿਕਾਰਡਸ ਬਣਦੇ ਰਹੇ, ਉਹ ਪੇਪਰ ਹੀ ਇੰਨਾ ਗੰਦਾ ਹੁੰਦਾ ਸੀਗਾ, ਮਤਲਬ ਬਹੁਤ ਅੱਛਾ ਪੇਪਰ ਅਸੀਂ ਨਹੀਂ ਯੂਜ਼ ਕਰਦੇ ਤੇ ਬਹੁਤ ਅੱਛੀ ਇੰਕ ਅਸੀਂ ਨਹੀਂ ਯੂਜ਼ ਕਰਦੇ, ਜਦੋਂ ਕਿ ਸਾਨੂੰ ਪਰਮਾਨੈਂਟ ਪੇਪਰ ਤੇ ਪਰਮਾਨੈਂਟ ਇੰਕ ਯੂਜ਼ ਕਰਨੀ ਚਾਹੀਦੀ ਹੈ। A ਤੇ B ਜਿਹੜੇ ਕੈਟੇਗਰੀ ਦੇ ਰਿਕਾਰਡਸ ਹੈਗੇ ਆ। ਇਹਦਾ ਮਤਲਬ ਇਹ ਹੈ ਵੀ ਅਸੀਂ ਉਹ ਆਦਤ ਉਹਨਾਂ ਤੋਂ ਗ੍ਰਹਿਣ ਨਹੀਂ ਕੀਤੀ ਤੇ ਕੰਮ ਚਲਾਊ ਕੰਮ ਚੱਲ ਰਿਹਾ ਹੁਣ, ਕੰਮ ਚਲਾਊ ਜਿਹਨੂੰ ਕਹਿੰਦੇ ਆਪਾਂ। ਹਾਂਜੀ, ਬਿਲਕੁਲ ਬਿਲਕੁਲ। ਤੁਸੀਂ ਪੰਜਾਬ ਜਿਹੜਾ ਸਿਵਲ ਸੈਕਟਰੀਏਟ ਹੈ ਉਹਦੇ ਵਿੱਚ ਜਾ ਕੇ ਦੇਖ ਲਓ, ਜਿਹੜੇ 1900 ਸਾਡੇ ਕੋਲੇ ਤਕਰੀਬਨ 1959 ਤੱਕ ਦੇ ਰਿਕਾਰਡਸ ਹੈਗੇ ਆ। ਉਸ ਤੋਂ ਬਾਅਦ ਦੇ ਜਿਹੜੇ ਰਿਕਾਰਡ ਹੈ, ਮਤਲਬ ਉਹ ਜਿਹੜਾ ਸਿਸਟਮ ਹੁੰਦਾ ਹੈ, ਆਰਕਾਈਵ ਦਾ ਸਿਸਟਮ ਇਹ ਹੁੰਦਾ ਹੈ ਕਿ ਗਵਰਨਮੈਂਟ ਸਾਨੂੰ ਜਿਹੜਾ ਉਹਨਾਂ ਦਾ ਡਿਪਾਰਟਮੈਂਟ ਹੈ, ਜਿਹੜੇ ਵੀ ਡਿਪਾਰਟਮੈਂਟਸ ਨੇ ਆਪਣੇ ਰਿਕਾਰਡ ਆਰਕਾਈਵ ਨੂੰ ਭੇਜਣੇ ਆ, ਉਹਨਾਂ ਨੇ ਉਹਨਾਂ ਦੀਆਂ ਸੂਚੀਆਂ ਬਣਾਉਣੀਆਂ ਹੁੰਦੀਆਂ ਨੇ, ਉਹਨਾਂ ਨੂੰ ਕੈਟੇਗਰਾਈਜ਼ ਕਰਨਾ ਹੁੰਦਾ, ਫਿਰ ਉਹਨਾਂ ਨੇ ਉਹ ਸਾਨੂੰ ਭੇਜਣਾ ਹੁੰਦਾ, ਫਿਰ ਅਸੀਂ ਉਹਦੇ ਚੋਂ ਸੈਗਰੀਗੇਟ ਕਰਦੇ ਹਾਂ ਕਿਆ ਚੀਜ਼ਾਂ, ਕੁਛ ਤਾਂ ਉਹਨਾਂ ਨੇ ਡਿਸਾਈਡ ਕਰ ਦੇਣੀਆਂ ਕਿਆ ਰੱਖਣੀਆਂ ਨੇ, ਕੁਛ ਉਹ ਸਾਨੂੰ ਕਹਿੰਦੇ ਆ ਕਿ C ਕੈਟੇਗਰੀ ਦੀਆਂ ਇਹਨਾਂ ਚੋਂ ਤੁਸੀਂ ਦੇਖ ਲਓ, ਜਾਂ ਕਈਆਂ ਨੂੰ ਅਪਗ੍ਰੇਡ ਕਰ ਦਿੰਦੇ ਆ। ਉਹ ਉਹਨਾਂ ਦੀ ਡਿਊਟੀ ਹੈ, ਉਹ ਕੋਈ ਕਿਸੇ ਨੇ ਨਹੀਂ ਕੀਤੀ। ਸਟਾਫ ਨਾ ਆਰਕਾਈਵ ਕੋਲੇ ਇੰਨਾ ਸੀਗਾ, ਸੋ ਰਿਕਾਰਡ ਹਾਲੇ ਵੀ ਉੱਥੇ ਹੀ ਰੁਲ ਰਿਹਾ। ਤੇ ਮੈਂ ਆਪਣੀਆਂ ਅੱਖਾਂ ਨਾਲ ਉੱਥੇ ਜਾ ਕੇ ਵੇਖਿਆ ਕਿ ਜਿਹੜੇ ਉਹ ਰੈਕਸ ਨੇ ਜਿਨ੍ਹਾਂ ਚੋਂ ਰੱਖਿਆ, ਉਹ ਵੀ ਐਂ ਟੇਢੇ ਹੋਏ ਪਏ ਸੀ, ਉਹ ਕਦੇ ਵੀ ਟੁੱਟ ਸਕਦੇ ਸੀ। ਕਿੰਨਾ ਚਿਰ ਰਿਕਾਰਡ ਉਹ ਬਚ ਸਕੂਗਾ? ਉਹ ਤਾਂ ਕਾਗਜ਼ੀ ਮਿੱਟੀ ਬਣ ਜਾਊਗਾ ਤੇ ਜਿਹੜੇ ਰੈਕਸ ਹੈ ਉਹ ਟੁੱਟ ਕੇ ਡਿੱਗ ਪੈਣਗੇ ਹੇਠਾਂ। ਇਹ ਕਿੱਡੀ ਦੁਖਦਾਈ ਗੱਲ ਹੈ ਕਿ ਅਸੀਂ ਆਪਣਾ ਰਿਕਾਰਡ, ਆਪਣਾ ਪੁਰਾਤਨ ਜਿਹੜਾ ਹੈ ਚੀਜ਼ਾਂ, ਉਹਨੂੰ ਸੰਭਾਲ ਨਹੀਂ ਸਕੇ। ਭੈਣ ਜੀ, ਮੇਰੇ ਟੀਚਰ ਦੱਸਦੇ ਹੁੰਦੇ ਸੀ, ਉਹ ਪੁਰਾਣੇ ਜ਼ਮਾਨੇ ਦੇ ਸੀ, ਉਹ ਕਹਿੰਦੇ ਜਿਹੜਾ ਡਿਪਟੀ ਕਮਿਸ਼ਨਰ ਹੁੰਦਾ ਸੀ ਨਾ ਅੰਗਰੇਜ਼, ਉਹਦੇ ਕੋਲੇ ਆਪਣੀ ਡਾਇਰੀ ਹੁੰਦੀ ਸੀ ਇੱਕ। ਉਹਨੇ ਜਿਹੜੇ ਪਿੰਡ 'ਚ ਜਾਣਾ, ਉਹ ਬਜ਼ੁਰਗਾਂ ਨੂੰ ਉਹਨੇ ਪੁੱਛਣਾ ਵੀ ਇਹ ਪਿੰਡ ਕਦੋਂ ਵੱਜਿਆ, ਕਦੋਂ ਸੀ, ਕਿਹੜੇ ਕਿਹੜੇ ਬਜ਼ੁਰਗ ਸੀ, ਮਤਲਬ ਮੈਨਿਊਟ ਡਿਟੇਲ
ਨੋਟ ਕਰਨੀ ਹਾਂਜੀ। ਸਾਡੇ ਅਫੀਸਰ ਦੀ ਆਦਤ ਸੀ, ਤੇ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਸਾਡੇ ਅਫਸਰ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਆ ਤੇ ਸਿਰਫ ਹੂਟਰ ਹੀ ਵੱਜਦੇ ਆ, ਤੇ ਕਿਸੇ ਕੋਲ ਮੈਂ ਤਾਂ ਡਾਇਰੀ ਕਦੇ ਵੇਖੀ ਨਹੀਂ, ਨਾ ਹੀ ਕਿਸੇ ਨਾਲ ਉਹ ਗੱਲ ਦੇਖੋ ਕਰਦੇ ਆ। ਜੀ, ਡਾਇਰੀਆਂ ਛਪਦੀਆਂ ਵੀ ਨੇ ਹੂੰ ਤੇ ਡਾਇਰੀਆਂ ਸਭ ਕੋਲੇ ਜਾਂਦੀਆਂ ਵੀ ਨੇ। ਹੂੰ ਇਸਤੇਮਾਲ ਮਤਲਬ ਮੈਨੂੰ ਲੱਗਦਾ ਵੀ ਜੇ 100 ਡਾਇਰੀ ਛਪਦੀ ਹੈ ਤਾਂ 100 ਚੋਂ 5 ਡਾਇਰੀਆਂ ਦਾ ਇਸਤੇਮਾਲ ਹੁੰਦਾ, 95 ਡਾਇਰੀਆਂ ਵੇਸਟ ਨੇ। ਬਹੁਤ ਮਾੜੀ ਗੱਲ, ਬਹੁਤ ਦੁੱਖ ਦੀ ਗੱਲ। ਹਾਂਜੀ। ਔਰ ਵੇਖੋ, ਹਾਂ। ਇਹਨੂੰ ਕਰੀਮ ਆਫ ਦੀ ਸੁਸਾਇਟੀ ਆਪਾਂ ਕਹਿੰਦੇ ਹਾਂ, ਜਿਹੜੇ ਆਫੀਸਰਸ IAS ਹੈ IPS ਹੈ, ਜੇ ਕਰੀਮ ਆਫ ਦੀ ਸੁਸਾਇਟੀ ਇਹ ਚੀਜ਼ਾਂ ਨਹੀਂ ਅਪਣਾਉਣਗੇ ਤਾਂ ਹੇਠਾਂ ਕਲੈਰੀਕਲ ਸਟਾਫ ਨੇ ਫਿਰ ਕੀ ਕਰਨਾ? ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਦੇਖੋ, ਕਲੈਕਟਿਵ ਜ਼ਿੰਮੇਵਾਰੀ ਹੈ, ਛੋਟੇ ਸਟਾਫ ਦੀ, ਵੱਡੇ ਸਟਾਫ ਦੀ, ਹਰ ਇੱਕ ਦੀ ਕਲੈਕਟਿਵ ਜ਼ਿੰਮੇਵਾਰੀ ਹੈ ਕੋਈ ਵੀ ਕੰਮ ਕਰਨ ਦੀ। ਔਰ ਜਿੱਥੇ ਇਹ ਚੇਨ ਟੁੱਟ ਗਈ ਉੱਥੇ ਹੀ ਕੰਮ ਖਰਾਬ। ਹਾਂਜੀ, ਔਰ ਉਹ ਜਿੱਥੇ ਤੁਸੀਂ ਰਿਕਾਰਡ ਸੰਭਾਲਿਆ ਹੋਇਆ, ਉਹ ਭੈਣ ਜੀ ਕਿਸ ਤਰ੍ਹਾਂ ਸੰਭਾਲਦੇ ਆ? ਕੋਈ ਬੈਗਸ 'ਚ ਰੱਖਦੇ ਆ ਵੀ ਮਿੱਟੀ ਘੱਟਾ ਨਾ ਪਵੇ ਜਾਂ ਖਰਾਬ ਨਾ ਹੋਣ? ਉਹ ਕੀ ਤਰਤੀਬ ਕਿਵੇਂ ਦਿੰਦੇ ਹੋ ਤੁਸੀਂ ਉਹਨੂੰ? ਨਹੀਂ ਜੀ ਨਹੀਂ, ਬੈਗ ਵਿੱਚ ਰੱਖਣਾ ਵੀ ਗਲਤ ਹੈ। ਅੱਛਾ। ਕਿਉਂਕਿ ਹਾਂਜੀ, ਬੈਗ ਵਿੱਚ ਵੀ ਨਹੀਂ ਰੱਖੇ ਜਾਣੇ ਚਾਹੀਦੇ। ਤੇ ਸਭ ਤੋਂ ਪਹਿਲੀ ਗੱਲ ਹੈ, ਜਿਵੇਂ ਬੁੱਕਸ ਹੈਗੀਆਂ ਜਾਂ ਰੈਕਸ ਹੈਗੇ ਨੇ, ਆਰਕਾਈਵ ਦਾ ਜਿਹੜਾ ਸਿਸਟਮ ਹੈਗਾ ਉਹ ਹੈਗਾ ਕਿ 1-1 ਮੀਟਰ ਦੀ ਦੂਰੀ ਚਾਹੀਦੀ ਹੈ ਰੈਕਸ ਦੇ ਵਿੱਚ। ਅੱਛਾ। ਠੀਕ ਹੈ, ਜਿਵੇਂ ਇੱਕ ਲਾਈਨ ਚੱਲ ਰਹੀ ਹੈ ਤਾਂ ਉਹਦੇ ਵਿੱਚੋਂ ਇੱਕ ਡਿਸਟੈਂਸ ਚਾਹੀਦਾ ਜਿਹਦੇ ਚ ਤੁਰਨ ਨੂੰ ਡਿਸਟੈਂਸ ਹੋਵੇ। ਪਲੱਸ ਜਿਵੇਂ ਅਸੀਂ ਬੰਡਲਸ ਬਣਾ ਕੇ ਰੱਖਦੇ ਹਾਂ ਫਾਈਲਾਂ ਦੇ ਜਾਂ ਕਿਵੇਂ, ਉਹ ਬੰਡਲ ਇੱਕ ਦੇ ਉੱਤੇ ਇੱਕ ਨਾ ਹੋਵੇ, ਸਿਰਫ ਇੱਕ ਬੰਡਲ ਹੋਵੇ। ਇੱਕ ਬੰਡਲ ਕਿੰਨਾ ਕੁ ਹੋਵੇ ਉਹ ਵੀ ਦੱਸਿਆ ਹੋਇਆ। ਠੀਕ ਹੈ। ਵੀ ਕਿੰਨੀਆਂ ਜੇ ਪਤਲੀਆਂ ਫਾਈਲਾਂ ਨੇ ਤੇ ਇੰਨੀਆਂ ਹੋ ਸਕਦੀਆਂ ਨੇ, ਜੇ ਮੋਟੀਆਂ ਫਾਈਲਾਂ ਨੇ ਤਾਂ 5-6 ਵੀ ਹੋ ਸਕਦੀਆਂ ਨੇ। ਡਿਪੈਂਡ ਕਰਦਾ ਨੰਬਰ ਆਫ ਪੇਪਰਸ ਤੇ। ਠੀਕ ਹੈ। ਤੇ ਬਾਕੀ ਉਹਦੇ ਵਿੱਚੋਂ ਜਿਹੜੇ ਉਹ ਰੂਮਸ ਨੇ ਉਹ ਹਵਾਦਾਰ ਵੀ ਚਾਹੀਦੇ ਆ। ਪਲੱਸ ਹੁਣ 에ਅਰ ਕੰਡੀਸ਼ਨਿੰਗ ਪੋਸੀਬਲ ਵੀ ਹੈ ਨਹੀਂ ਤੇ 에ਅਰ ਕੰਡੀਸ਼ਨਿੰਗ ਅੱਛੀ ਵੀ ਹੈ ਨਹੀਂ ਪੇਪਰ ਵਾਸਤੇ। ਠੀਕ ਹੈ, ਠੀਕ ਹੈ। ਮਤਲਬ 에ਅਰ ਕੰਡੀਸ਼ਨ ਜਾਂ ਤਾਂ ਇਟ ਸ਼ੁੱਡ ਬੀ ਰਾਉਂਡ ਦੀ ਕਲੌਕ, 24/7 ਹੋਵੇ, ਤੇ ਜਾਂ ਫਿਰ ਬਿਲਕੁਲ ਨਾ ਹੋਵੇ। ਕਿਉਂਕਿ ਜਦੋਂ ਅਸੀਂ ਉਹਨੂੰ ਕਿਸੇ ਵੀ ਕਾਗਜ਼ ਨੂੰ ਤੁਸੀਂ 에ਅਰ ਕੰਡੀਸ਼ਨਿੰਗ ਦੇ ਵਿੱਚ ਰੱਖਦੇ ਹੋ, ਉਹ ਲਾਈਫ ਘਟਦੀ ਹੈ, ਲਾਈਫ ਘਟਦੀ ਸੁੱਕੜਦਾ। ਅੱਛਾ ਅੱਛਾ। ਉਹ ਫੈਲਦਾ ਤੇ ਸੁੱਕੜਦਾ ਪੇਪਰ। ਔਰ ਉਹਦੀ ਫਿਰ ਟਾਈਮ ਟੂ ਟਾਈਮ ਭੈਣ ਜੀ ਡਸਟਿੰਗ ਵੀ ਹੁੰਦੀ ਰਹਿੰਦੀ ਹੈ? ਹਾਂਜੀ ਹਾਂਜੀ, ਡਸਟਿੰਗ ਬਹੁਤ ਜ਼ਰੂਰੀ ਹੈ। ਫਿਰ ਉਹਦੇ ਵਿੱਚ ਤੁਸੀਂ ਜਿਹੜੇ ਨੈਫਥਲਨ ਬਾਲਸ ਹੈ ਉਹ ਰੱਖੋ। ਫਿਰ ਅਗਰ ਕਿਸੇ ਨੂੰ ਕੋਈ ਕੀੜਾ ਲੱਗ ਗਿਆ, ਉਹਦਾ ਆਪਣਾ ਇੱਕ ਪ੍ਰੋਸੀਜਰ ਹੈਗਾ, ਉਹਨਾਂ ਨੂੰ ਸੈਗਰੀਗੇਟ ਕਰਕੇ ਉਹਨਾਂ ਨੂੰ ਫਿਊਮੀਗੇਟ ਕਰਨਾ ਹੈਗਾ। ਕਿਸ ਤਰ੍ਹਾਂ ਫਿਊਮੀਗੇਸ਼ਨ ਹੋਣੀ ਹੈ, ਕਿਸ ਤਰ੍ਹਾਂ ਉਸ ਪੇਪਰ ਨੂੰ ਤੁਸੀਂ ਡੀਐਸਟੀਫਾਈ ਕਰਨਾ ਹੈਗਾ, ਉਹਦੇ ਵਿੱਚੋਂ ਜਿਹੜਾ ਐਸਿਡਿਕ ਪੇਪਰ ਹੈਗਾ ਉਹਦੀ ਐਸਿਡਿਟੀ ਕਿਵੇਂ ਖਤਮ ਕਰਨੀ ਹੈ। ਇਹ ਸਾਰੀਆਂ ਚੀਜ਼ਾਂ ਮੈਂ 1 ਸਾਲ ਦੀ ਟ੍ਰੇਨਿੰਗ ਕੀਤੀ ਹੋਈ ਹੈ ਨੈਸ਼ਨਲ ਆਰਕਾਈਵ ਆਫ ਇੰਡੀਆ ਤੋਂ। ਠੀਕ ਹੈ ਜੀ, ਆਰਕਾਈਵਲ ਸਟੱਡੀਜ਼ ਦੀ। ਤੇ ਕਿਵੇਂ ਤੁਸੀਂ ਇਹਨਾਂ ਚੀਜ਼ਾਂ ਨੂੰ ਕੰਜ਼ਰਵੇਸ਼ਨ ਪ੍ਰੈਜ਼ਰਵੇਸ਼ਨ ਉਹਨਾਂ ਦੀ ਕਿਵੇਂ ਹੋਣੀ ਹੈ, ਸੰਭਾਲਣਾ। ਔਰ ਇਸ ਵਾਸਤੇ ਜਿਹੜੇ ਸਪੈਸ਼ਲਿਸਟ ਵੀ ਲੋਕ ਰੱਖੇ ਹੋਣੇ ਉਹਨਾਂ ਨੇ, ਕੋਈ ਵੀ ਇਹਨਾਂ ਨੂੰ ਕਿਵੇਂ ਸੰਭਾਲਣਾ, ਕੀ ਕਰਨਾ, ਹੋਰ ਸਪੈਸ਼ਲਿਸਟ ਵੀ ਹੋਣਗੇ? ਬਹੁਤ ਘੱਟ ਨੇ। ਜਦੋਂ ਉਦੋਂ ਟ੍ਰੇਨਿੰਗ ਕੀਤੀ ਸੀ ਜਦੋਂ ਮੈਂ ਡਿਪਾਰਟਮੈਂਟ ਜੁਆਇਨ ਕਰ ਲਿਆ ਸੀ ਉਸ ਤੋਂ ਬਾਅਦ, ਕਿਉਂਕਿ ਮੈਨੂੰ ਲੱਗਿਆ ਕਿ ਜੇ ਤੁਹਾਨੂੰ ਖੁਦ ਨੂੰ ਕੰਮ ਨਹੀਂ ਆਉਂਦਾ ਤਾਂ ਤੁਸੀਂ ਆਪਣੇ ਨੀਚੇ ਦੇ ਸਟਾਫ ਤੋਂ ਕੰਮ ਨਹੀਂ ਲੈ ਸਕਦੇ। ਠੀਕ ਹੈ, ਤਾਂ ਇਸ ਕਰਕੇ ਮੈਂ ਉਹ ਟ੍ਰੇਨਿੰਗ ਕੀਤੀ ਸੀ ਤੇ ਉਹਦੇ 'ਚ ਸਾਰਾ ਕੁਝ ਕੰਜ਼ਰਵੇਸ਼ਨ ਪ੍ਰੈਜ਼ਰਵੇਸ਼ਨ ਲਾਇਬ੍ਰੇਰੀ ਸਾਇੰਸ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਉਹਦੇ 'ਚ ਸਾਨੂੰ ਸਿਖਾਈਆਂ ਗਈਆਂ ਸੀਗੀਆਂ। ਭੈਣ ਜੀ ਤੁਹਾਡੇ ਜੀਵਨ 'ਚ ਫਿਰ ਇੱਕ ਬੜਾ ਹੀ ਮੋੜ ਆਇਆ ਜਿਹਦੇ 'ਚ ਤੁਹਾਡੇ ਹਸਬੈਂਡ ਬਿਮਾਰ ਰਹਿਣ ਲੱਗੇ। ਤੁਸੀਂ ਕਿੰਨੇ ਸਾਲ ਹਸਪਤਾਲਾਂ ਦੇ ਚੱਕਰ 'ਚ ਪਏ ਔਰ ਅਲਟੀਮੇਟਲੀ ਗੱਲਾਂ ਬਾਤਾਂ 'ਚ ਪਤਾ ਲੱਗਿਆ ਵੀ 2016 ਦੇ ਵਿੱਚ ਤੁਹਾਡੇ ਹਸਬੈਂਡ ਐਕਸਪਾਇਰ ਹੋ ਗਏ। ਉਹ ਵਾਕਈ ਇੱਕ ਦੁੱਖਾਂ ਦਾ ਪਹਾੜ ਸੀ। ਤੇ ਤੁਸੀਂ ਇਸ ਆਰਡੀਅਲ ਨੂੰ, ਇਸ ਸੰਕਟ ਨੂੰ ਕਿਵੇਂ ਬਰਦਾਸ਼ਤ ਕੀਤਾ, ਇਹ ਸਰੋਤਿਆਂ ਨੂੰ ਵੀ ਥੋੜੀ ਜਾਣਕਾਰੀ ਦਿਓ। ਦੇਖੋ, 2 ਸਾਲ ਬਾਅਦ ਵਿਆਹ ਤੋਂ ਕਿਸੇ ਲੜਕੀ ਦੇ ਹਸਬੈਂਡ ਨੂੰ ਹਾਰਟ ਅਟੈਕ ਹੋ ਜਾਏ, ਮਾਈ ਗॉड, ਤੇ ਉਹ ਇੱਕ ਬਹੁਤ ਵੱਡੀ ਗੱਲ ਆ। ਹਾਈਪਰਟੈਂਸ਼ਨ ਸੀਗੀ, ਹਾਰਟ ਅਟੈਕ ਹੋ ਗਿਆ, ਤੇ ਉਸ ਤੋਂ ਬਾਅਦ ਤੁਸੀਂ ਐ ਸਮਝ ਲਓ ਕਿ ਮੇਰੀ ਜ਼ਿੰਦਗੀ ਦੀ ਇੱਕ ਨਵੀਂ ਜੰਗ ਛਿੜ ਗਈ ਸੀਗੀ। ਠੀਕ ਹੈ, ਉਹਦੇ ਦਰਮਿਆਨ ਬਹੁਤ ਵਾਰੀ ਐਵੇਂ ਹੁੰਦਾ ਕਿ ਅਸੀਂ ਹਸਪੀਟਲ ਸਾਨੂੰ ਭੱਜਣਾ ਪੈਂਦਾ, ਕਦੀ
ਕੁਛ ਹੋ ਰਿਹਾ ਹੈ, ਮਤਲਬ ਕਦੀ ਹੁਣ ਜੀ ਐਂਜੀਓਗ੍ਰਾਫੀ ਕਰਨੀ ਹੈ, ਕੁਛ ਹੁਣ ਇਹ ਕਰਨਾ ਹੈ, ਕਦੀ ਉਵੇਂ ਘਬਰਾਹਟ ਹੋ ਚਾਈਨਾ ਹੋ ਗਿਆ, ਲੈ ਕੇ ਦੌੜ ਲਏ। ਸੋ ਮੈਂ ਕਦੇ ਸੋਚਿਆ ਨਹੀਂ ਸੀ, ਨਾ ਮੈਂ ਕਦੇ ਰੋਈ ਸੀ ਵੀ ਉਸ ਵੇਲੇ। ਇਹ ਨਹੀਂ ਕਿ ਉਹਨਾਂ ਨੇ ਕਹਿਤਾ ਕਿ ਵੀ ਪੰਮੀ ਮੈਨੂੰ ਘਬਰਾਹਟ ਹੋ ਰਹੀ ਹੈ ਤੇ ਮੈਂ ਰੋਣਾ ਸ਼ੁਰੂ ਕਰ ਲਾਂ। ਮੈਂ ਤੇ ਇੱਕਦਮ ਚੱਪਲਾਂ ਪਾ ਕੇ ਕਹਿੰਦੀ ਸੀ ਫਟਾਫਟ ਚੱਲੋ। ਹਮੇਸ਼ਾ ਉਹਨਾਂ ਨੂੰ ਫਟਾਫਟ ਲੈ ਕੇ ਨਿਕਲਦੀ ਰਹੀਆਂ ਬਿਨਾਂ ਕਿਸੇ ਆਂਸੂ ਬਹਾਏ। ਤੇ ਜਦੋਂ ਪਰ ਜਿਹੜੀ ਉਹ ਜ਼ਿੰਦਗੀ ਹੈ 28 ਸਾਲ ਅਸੀਂ ਇਕੱਠੇ ਰਹੇ ਉਸ ਬਿਮਾਰੀ ਨਾਲ। ਮਤਲਬ 2 ਸਾਲ ਵਿਆਹ ਤੋਂ ਪਹਿਲਾਂ, ਮਤਲਬ 26 ਸਾਲ ਤੁਸੀਂ ਬਿਮਾਰੀ ਨਾਲ ਦਾ ਸਾਹਮਣਾ ਕੀਤਾ। 28 ਸਾਲ ਦੀ ਟੋਟਲ ਅਸੀਂ 30 ਸਾਲ ਇਕੱਠੇ ਰਹੇ। ਅੱਛਾ ਠੀਕ ਹੈ। 28 ਸਾਲ ਬਿਮਾਰੀ ਦਾ ਸਾਹਮਣਾ ਕੀਤਾ। ਪਰ ਮੈਂ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਇਹ ਦੱਸਣਾ ਚਾਹੂੰਗੀ ਕਿ ਜ਼ਿੰਦਗੀ 'ਚ ਬਹੁਤ ਔਕੜਾਂ ਆਉਂਦੀਆਂ, ਪਰ ਹੌਸਲਾ ਨਹੀਂ ਛੱਡਣਾ। ਮੈਂ ਜਦੋਂ ਅਸੀਂ PGI ਸੀਗੇ ਇੱਕ ਵਾਰੀ, ਮਤਲਬ ਜਿੱਥੇ ਵੀ ਜਾਣਾ ਅਸੀਂ ਨਾ ਉੱਥੇ ਇੱਕ ਤਰ੍ਹਾਂ ਦਾ ਘਰ ਬਣਾ ਲਈਦਾ ਸੀ। PGI ਗਏ ਤੇ ਉਦੋਂ ਇਹਨਾਂ ਦੀ ਐਂਜੀਓਗ੍ਰਾਫੀ ਹੋਣੀ ਸੀ, ਇਹ 90-91 ਦੀ ਗੱਲ ਹੈ। ਤੇ ਪ੍ਰੋਗਰਾਮ ਆਉਂਦਾ ਹੁੰਦਾ ਸੀ ਰਾਮਾਇਣ। ਠੀਕ ਹੈ। ਆਪਣਾ ਦਿਲ ਕੀਤਾ ਰਾਮਾਇਣ ਦੇਖਣਾ। ਮੈਂ ਡਾਕਟਰ ਇਹਨਾਂ ਨੂੰ ਸ਼ਨੀਵਾਰ ਅੰਦਰ ਲੈ ਗਏ ਐਂਜੀਓਗ੍ਰਾਫੀ ਕਰਨ। ਮੁੜ ਕੇ ਜੀ ਬਾਹਰ ਕੱਢਤਾ 2-4 ਘੰਟੇ ਬਾਅਦ, ਕਹਿੰਦੇ ਨਹੀਂ ਹੁਣ ਮੰਡੇ ਕਰਾਂਗੇ, ਛੁੱਟੀ ਹੋ ਗਈ। ਮੈਂ ਕਿਹਾ ਜੀ ਅਸੀਂ ਤਾਂ ਲੋਕਲ ਆ, ਫਿਰ ਸਾਨੂੰ ਘਰ ਜਾਣ ਦਿਓ, ਸੰਡੇ ਬੋਰ ਹੋਵਾਂਗੇ। ਉਦੋਂ ਨਵੇਂ ਟੀਵੀ ਸੀਗੇ, ਨਵਾਂ ਸ਼ੌਕ ਸੀ। ਤੇ ਮੈਂ ਕਿਹਾ ਅਸੀਂ ਘਰੇ ਪ੍ਰੋਗਰਾਮ ਦੇਖਾਂਗੇ। ਨਹੀਂ ਕਹਿੰਦੇ ਐਸੇ ਆਪ ਨਹੀਂ ਜਾ ਸਕਦੇ। ਮੈਂ ਕਿਹਾ ਜੀ ਅੱਛਾ ਓਕੇ। ਚਲੋ ਮੈਂ ਰਾਤ ਨੂੰ ਜੀ ਜੁਗਤ ਲੜਾਈ, ਜਿਹੜੇ ਨਾਲ ਦੇ ਬੈੱਡ ਤੇ ਇੱਕ ਅੰਕਲ ਪਏ ਸੀ, ਉਹਨਾਂ ਦੇ ਬੇਟੇ ਮੇਰੇ ਹਸਬੈਂਡ ਵਰਗੇ ਸੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਈਆ ਘਰ में टीवी है? ਕਹਿੰਦੇ ਹਾਂ पोर्टेबल। ਮੈਂ ਕਿਹਾ ਸਵੇਰੇ ਲੈ ਆਓ। ਉਹ ਲੈ ਆਏ पोर्टेबल टीवी। ਸਾਡਾ 6 ਜਣਿਆਂ ਦਾ ਉਹ ਮਤਲਬ 6 ਪੇਸ਼ੈਂਟਸ ਦਾ ਕਮਰਾ ਸੀਗਾ। ਆਪਾਂ ਉੱਥੇ ਐਂਟੀਨਾ ਲਾ ਕੇ ਟੀਵੀ ਲਾ ਲਿਆ ਤੇ ਰਾਮਾਇਣ ਦੇਖ ਰਹੇ ਹਾਂ। ਡਾਕਟਰ ਆਏ ਸੰਡੇ ਵਾਲੇ ਦਿਨ 9:30 ਵਜੇ 10 ਵਜੇ ਆਪਣੇ ਰਾਉਂਡ ਤੇ। ਉਹ ਹੌਲੀ ਪੇਸ਼ੈਂਟ ਵੀ ਸਮੀਕ ਇਨ ਕਰਨ ਲੱਗੇ, ਹੌਲੀ ਸਾਡੇ ਕਮਰੇ 'ਚ ਵੜਨ ਲੱਗੇ। ਤੇ ਜਦੋਂ ਡਾਕਟਰ ਮਨ ਪ੍ਰਚਾਵਾ ਮਿਲ ਗਿਆ ਨਾ। ਅੱਛਾ ਹਾਂਜੀ, ਉਹਨਾਂ ਨੂੰ ਪੇਸ਼ੈਂਟ ਨਾ ਲੱਭੇ ਬੈੱਡ ਤੇ। ਡਾਕਟਰ ਕਹਿੰਦੇ ਪੇਸ਼ੈਂਟ ਕਹਾਂ ਗਏ? ਉਹ ਕਹਿੰਦੇ ਜੀ ਉਹ ਫਲਾਣੇ ਕਮਰੇ 'ਚ। ਡਾਕਟਰ ਆਏ ਉੱਥੇ ਆ ਕੇ, ਇਹ ਕਿਆ ਹੋ रहा? मैं कहा जी कुछ नहीं है, ਅਸੀਂ ਤਾਂ ਰਾਮਾਇਣ ਦੇਖ ਰਹੇ ਹਾਂ। ऐसे कैसे देख रहे हो? मैं कहा जी ऐसे कैसे क्या देखनी है? ਤੁਸੀਂ ਸਾਨੂੰ ਕਿਹਾ ਸੀਗਾ ਬਈ ਘਰ ਨਹੀਂ ਜਾਣਾ। ਮੈਂ ਤਾਂ ਤੁਹਾਨੂੰ ਕਿਹਾ ਸੀ ਅਸੀਂ ਆਪਦੇ ਪ੍ਰੋਗਰਾਮ ਦੇਖਣੇ ਆ, ਘਰੇ ਜਾਣ ਦਿਓ। ਤੁਸੀਂ ਤਾਂ ਨਹੀਂ ਜਾਣ ਦੇਣਾ। ਅਸੀਂ ਆਪਣਾ ਇੱਥੇ ਜੁਗਾੜ ਬਣਾ ਲਿਆ। ਤੇ ਉਹ ਹੱਸਣ ਲੱਗ ਪਏ। ਸਾਰੇ ਪੇਸ਼ੈਂਟਸ ਨੂੰ ਕਹਿੰਦੇ ਚਲੋ ਆਪਣੇ ਕਮਰੇ में। ਉਹ ਸਾਰਿਆਂ ਨੂੰ ਮੈਨੂੰ ਕਹਿੰਦੇ ਅਗਰ ਲਗਾना है तो दरवाजा बंद कर लो, धीरे से लगा के देखो। ਤੇ ਆਪਾਂ ਉਦੋਂ ਉਹ ਪੂਰਾ ਆਪਦਾ ਪ੍ਰੋਗਰਾਮ ਦੇਖਿਆ। ਸੋ ਇਹੋ ਜਿਹੇ ਕਈ ਕਿੱਸੇ ਆ। ਮੈਂ ਮੇਰੇ ਹਸਬੈਂਡ ਦਾ ਜਨਮ ਦਿਨ ਹਸਪੀਟਲ 'ਚ ਮਨਾਇਆ PGI 'ਚ ਇੱਕ ਵਾਰੀ। ਕਰਵਾ ਚੌਥ ਮੈਂ PGI 'ਚ ਮਨਾਇਆ ਇੱਕ ਵਾਰੀ। ਹਾਲਾਂਕਿ ਵੈਸੇ ਕਈ ਇਸ ਗੱਲ ਤੇ ਕਹਿਣਗੇ ਵੀ ਸਿੱਖਾਂ ਦੇ ਕਰਵਾ ਚੌਥ ਨਹੀਂ ਮਨਾਉਂਦੇ, ਪਰ ਮੈਨੂੰ ਸ਼ੌਕ ਹੀ ਹੁੰਦਾ ਸੀਗਾ ਕਿ ਵੀ ਮੈਂ ਤਿਆਰ ਹੋਣਾ, ਮੈਂ ਐਵੇਂ ਕਰਨਾ। ਮਤਲਬ ਜਦੋਂ ਲੋਕਾਂ ਨੂੰ ਦੇਖੀਦਾ ਸੀ ਤਾਂ ਮੈਨੂੰ ਵੀ ਸ਼ੌਕ ਹੁੰਦਾ ਸੀ ਤੇ ਮੈਂ ਵੀ ਪੂਰਾ ਵੰਗਾ ਪਾ ਕੇ ਤਿਆਰ ਹੋ ਕੇ ਚਲੀ ਜਾਂਦੀ ਹੁੰਦੀ ਸੀ। ਨਾਲੇ ਤੁਹਾਡੇ ਮਨ 'ਚ ਇਹ ਸੀ ਵੀ ਮੈਂ ਆਪਦੇ ਹਸਬੈਂਡ ਦੀ ਜਿਹੜੀ ਤੰਦਰੁਸਤੀ ਵਾਸਤੇ ਸਾਰਾ ਕੁਝ ਕਰਨਾ, ਇਹ ਵੀ ਇੱਕ ਕਿਸਮ ਦੀ ਅਰਦਾਸ ਹੀ ਹੈ, ਕੁਛ ਮਨ 'ਚ ਇਹ ਹੈ। ਹਾਂਜੀ, ਤੇ ਉਹਨਾਂ ਨੂੰ ਵੀ ਵਧੀਆ ਲੱਗਦਾ ਹੁੰਦਾ ਸੀ। ਮਤਲਬ ਜਦੋਂ ਮੇਰਾ ਕੀਤਾ, ਕੁੜਤਾ ਪਜਾਮਾ ਪੱਗ ਵਗੈਰਾ ਦੇ ਸਾਰਾ ਕੁਛ। ਤੇ ਮੈਂ ਕਿਹਾ ਵੀ ਮੈਂ ਘਰ ਚੱਲੀ ਆ, ਮੈਂ ਤਿਆਰ ਹੋ ਕੇ ਆਉਂਦੀ ਆ, ਮੇਰੇ ਆਉਂਦੀ ਨੂੰ ਤਿਆਰ ਰਹੋ। ਉੱਥੋਂ ਬਾਜ਼ਾਰੋਂ ਇੱਕ ਮੈਂ ਕਾਜੂ ਬਰਫੀ ਦਾ ਡੱਬਾ ਲਿਆਈ, ਇੱਕ ਰੋਸਟਡ ਬਦਾਮ ਲਿਆਈ। ਤੇ ਮੈਂ ਸਭ ਤੋਂ ਪਹਿਲਾਂ ਡਾਕਟਰ ਕੋਲੇ ਗਈ, ਉਹਨਾਂ ਨੂੰ ਕਿਹਾ ਜੋ ਡੱਬਾ ਅੱਗੇ ਕੀਤਾ, ਕਹਿੰਦਾ ਇਹ खुश में। मैं कहा जी मेरे हस्बैंड का बर्थडे है। उधर जो उन्होंने कोई डॉक्टर चेक करने वाला आया, ये तैयार होकर कुर्सी पे बह गए महाराज। वो कहते जो पेशेंट था यहाँ पे वो कहाँ है? तो मेरे हस्बैंड कहते जी मैं ही हाँ। आप पेशेंट हो? कहते हाँ जी मैं ही हाँ। आप तो तैयार होकर बैठे हो? कहते जी मेरा बर्थडे है, मेरी वाइफ कह के गई थी तैयार होकर बैठे हो। ਐਵੇਂ ਅਸੀਂ ਉੱਥੇ ਇੰਜੋਏ ਕੀਤਾ। ਵਾਕਈ ਤੁਸੀਂ ਹਸਪੀਟਲ ਨੂੰ ਇੱਕ ਆਪਣੇ ਢੰਗ ਨਾਲ ਘਰ ਦੇ ਵਿੱਚ ਤਬਦੀਲ ਕਰ ਲਿਆ। ਹਾਂਜੀ ਬਿਲਕੁਲ। ਤੇ ਜਿਹੜਾ ਲਾਸਟ ਸੀਗਾ ਉਹ ਇਹ ਮਤਲਬ ਜਦੋਂ ਲਾਸਟ ਉਹਨਾਂ ਦੀ ਡੈਥ ਹੁੰਦੀ ਹੈ ਉਸ ਤੋਂ 2-3 ਸਾਲ ਪਹਿਲਾਂ 2013 ਚ ਉਹਨਾਂ ਦੇ ਇੱਕ ਮਸ਼ੀਨ ਪਈ ਸੀ AICD। 5.5 ਲੱਖ ਦੀ ਉਹ ਮਸ਼ੀਨ ਆ, ਬਾਕੀ ਪ੍ਰੋਸੀਜਰ।
ਕਿ ਮੇਰੇ ਹਸਬੰਡ 6 ਦਿਨ ਤੱਕ ਸਟੇਬਲ ਨਹੀਂ ਸੀਗੇ, ਠੀਕ ਨਹੀਂ ਸੀਗੇ। ਜਦੋਂ ਮੈਨੂੰ ਡਾਕਟਰ ਨੇ ਕਿਹਾ ਕਿ ਚਲੋ ਅੱਜ 13/9, ਇਹ 13/9/2013 ਦੀ ਗੱਲ ਹੈ, 13 ਸਤੰਬਰ ਦੀ, ਕਿ 14 ਸਤੰਬਰ ਨੂੰ ਮੇਰੇ ਬੇਟੇ ਦਾ ਜਨਮ ਦਿਨ ਹੁੰਦਾ ਜੀ। 13 ਨੂੰ ਇਹਨਾਂ ਦਾ ਆਪਰੇਸ਼ਨ ਕਰਤਾ ਉਹਨਾਂ ਨੇ, 14 ਨੂੰ ਇਹ ਸਟੇਬਲ ਨਹੀਂ ਸੀ ਹਾਲੇ ਆਪਰੇਸ਼ਨ ਤੋਂ ਬਾਅਦ ਵੀ। ਤਾਂ ਮੈਂ ਜਦੋਂ ਸਵੇਰੇ ਆਪਣੇ ਬੇਟੇ ਨੂੰ ਭੇਜਿਆ, ਪਹਿਲਾਂ ਆਪਣੇ ਹਸਬੰਡ ਕੋਲੇ ਤਿਆਰ ਕਰਕੇ, ਕਿ ਉਹਨਾਂ ਨੇ ਮੇਰੇ ਹਸਬੰਡ ਵੀ ਸਾਰਿਆਂ ਨਾਲ ਦੋਸਤੀ ਕਰ ਲੈਂਦੇ ਸੀਗੇ, ਬੱਚਿਆਂ ਨਾਲ, ਜਿੰਨੇ ਨਰਸ ਵਗੈਰਾ ਹੁੰਦੇ ਸੀ ਆਸੇ ਪਾਸੇ। ਉਹਨਾਂ ਨੂੰ ਦੱਸਿਆ ਕਿ ਮੇਰੇ ਬੇਟੇ ਦਾ ਅੱਜ ਬਰਥਡੇ ਆ, ਤੇ ਉਹਨਾਂ ਨੇ ਸਾਰਿਆਂ ਨੇ ਮੇਰੇ ਹਸਬੰਡ ਨੂੰ ਵਿਸ਼ ਕੀਤਾ। ਜਦੋਂ ਨੋਨੂ ਵਾਪਸ ਆ ਗਿਆ ਮੇਰਾ ਬੇਟਾ, ਫਿਰ ਮੈਂ ਗਈ ਉਹਨਾਂ ਦੇ ਕੋਲ, ਤਾਂ ਉਦੋਂ ਮੈਨੂੰ ਉਹਨਾਂ ਸਾਰੇ ਬੱਚਿਆਂ ਨੇ ਵਿਸ਼ ਕੀਤਾ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਅੱਛਾ ਬੇਟਾ ਐਂ ਦੱਸੋ ਫਿਰ ਕੀ ਖਾਣਾ, ਅੱਜ ਕੀ ਹੋ ਜਾਏ? मैं क्या बर्फी हो जाए? कहते हाँ हो जाए। मैं क्या फिर उसके साथ तो समोसा भी चाहिए होगा, साउथ इंडियन थी मुंडा, कहता हाँ जी समोसा भी चाहिए। मैं क्या चलो मैं जुगाड़ कर दी। वो कहता मैम एक्चुअली यहाँ अंदर तो वो कोई आईसीयू में तो कोई कुछ भी नहीं आने देगा। मैं क्या अभी वो आप मेरे पे छोड़ो। चलो जी मैं गई, किसी तरह डॉक्टर ਨੂੰ ਕੰਸਲਟ ਕੀਤਾ, ਬਾਜ਼ਾਰੋਂ ਸਮਾਨ ਮੈਂ ਮੰਗਾ ਲਿਆ ਜੋ ਵੀ। ਜਦੋਂ ਮੈਂ ਸਮਾਨ ਲੈ ਲਿਆ, ਫਿਰ ਡਾਕਟਰ ਦਾ ਫੋਨ ਆ ਗਿਆ, ਕਹਿੰਦੇ ਉਹਨਾਂ ਨੂੰ ਕਹਿ ਦੋ ਅੱਜ ਰਹਿਣ ਦੋ, ਜਦੋਂ ਛੁੱਟੀ ਹੋਏਗੀ ਆਪਾਂ ਉਦੋਂ ਪਾਰਟੀ ਕਰਾਂਗੇ। ਮੈਂ ਕਿਹਾ ਜੀ ਜਨਮ ਦਿਨ ਤਾਂ ਅੱਜ ਹੈ ਮੇਰੇ ਬੱਚੇ ਦਾ। ਤੇ ਸਮਾਨ ਆ ਗਿਆ, ਮੈਂ ਡਾਕਟਰ ਦੇ ਕਮਰੇ ਦੇ ਬਾਹਰ ਖੜੀ, ਉਹਨਾਂ ਨੇ ਉਹ ਆਪਣੇ ਉਹਦੇ ਸਲਿਟਸ ਵਿੱਚੋਂ ਮੈਨੂੰ ਦੇਖ ਲਿਆ, ਉੱਠ ਕੇ ਬਾਹਰ ਆ ਗਏ। ਮੈਨੂੰ ਕਹਿੰਦੇ ਮੈਂ ਤਾਂ ਆਪਕਾ ਹੀ ਇੰਤਜ਼ਾਰ ਕਰ ਰਹਾ ਥਾ। ਮੈਂ ਕਿਹਾ ਹਾਂਜੀ, ਮੈਨੂੰ ਅੰਦਰ ਆ ਜਾਓ, ਕਹਿੰਦੇ ਅੰਦਰ ਲੈ ਗਏ ਮੈਨੂੰ। ਔਰ ਭੈਣ ਜੀ ਸਾਡੇ ਕੋਲ ਨਾ ਟਾਈਮ ਸ਼ਾਰਟ ਹੈ, 6 ਮਿੰਟ ਰਹਿ ਗਏ। ਮੈਂ ਇਹ ਜਾਣਨਾ ਚਾਹਾਂਗਾ, ਆਪਣੀ ਗੱਲ ਹੋਈ ਸੀ। ਹਾਂਜੀ, ਇਹ ਵਾਲਾ ਇਨਸੀਡੈਂਟ ਬੜੇ ਸ਼ਾਰਟ ਖਤਮ ਕਰੂੰਗੀ। ਹਾਂਜੀ ਹਾਂਜੀ। ਤੇ ਮੈਂ ਉਹਨਾਂ ਨੂੰ ਜਦੋਂ ਬਰਫੀ ਦਾ ਡੱਬਾ ਖੋਲ ਕੇ ਦਿੱਤਾ, ਉਹ ਮੈਨੂੰ ਕਹਿੰਦੇ भाई आपको पता है आपके हस्बैंड सीरियस हैं, अभी भी वो स्टेबल नहीं? मैं कहा हाँ जी मेरे को पता है, लेकिन एक चीज मेरे को और पता है कि आज मेरे बेटे का जन्मदिन है, आज उसके पापा जिंदा हैं, तो मैं आज ये जन्मदिन सेलिब्रेट करना चाहती हूँ। फिर उन्होंने वो बर्फी चक्की, मैंने कहते मैम भी हैट्स ऑफ टू यू, मैं तुहाडे तो आज बहुत कुछ सीखी। तो इस तरह दे मैं जेडे इस तरीके नाल मैं जिंदगी कड्डी। ਤੇ ਜਿਹੜੇ ਲਾਸਟ ਉਹਨਾਂ ਦੇ 14 ਦਿਨ ਸੀ ਉਹ ਵੀ ਰੋ ਕੇ ਨਹੀਂ ਗੁਜ਼ਾਰੇ, ਪਰਮਾਤਮਾ ਦਾ ਨਾਮ ਲੈ ਕੇ ਗੁਜ਼ਾਰੇ, ਉਹਦੇ ਉਸ ਆਸਰੇ ਚ ਗੁਜ਼ਾਰੇ। ਤੁਹਾਡੇ ਹੌਸਲੇ ਨੂੰ ਸਲਾਮ ਆ ਭੈਣ ਜੀ, ਤੁਹਾਡੇ ਹੌਸਲੇ ਨੂੰ ਸਲਾਮ ਆ। ਤੁਸੀਂ ਮੈਨੂੰ ਗੱਲਾਂ ਦੇ ਵਿੱਚ ਦੱਸਿਆ ਸੀ ਕਿ ਸਰਦਾਰ ਹੋਰਾਂ ਦੀ ਡੈਥ ਤੋਂ ਬਾਅਦ ਤੁਸੀਂ ਇੰਨੇ ਡਿਪਰੈਸ਼ਨ ਚ ਆ ਗਏ ਸੋ ਵੀ ਤੁਸੀਂ ਮੰਜੇ ਤੋਂ ਨਹੀਂ ਸੀ ਉੱਠ ਸਕਦੇ। ਉਹ ਫਿਰ ਉਹਦੇ ਚੋਂ ਤੁਸੀਂ ਕਿਵੇਂ ਉੱਭਰੇ ਉਸ ਤਕਲੀਫ ਦੇ ਵਿੱਚੋਂ? ਸਿਰਫ ਆਪਣੇ ਕੋਲ ਮਿੰਟ 5 ਰਹਿੰਦੇ ਜੀ। ਹਾਂਜੀ ਹਾਂਜੀ, ਮੈਂ ਕਾਫੀ ਜ਼ਿਆਦਾ ਡਿਪਰੈਸ਼ਨ ਸੀਗੀ, ਤੇ ਮੈਨੂੰ ਮਤਲਬ ਡਾਕਟਰ ਦਵਾਈਆਂ ਵੀ ਦੇ ਰਹੇ ਸੀ, ਨਾਲ ਸਮਝਾਉਂਦੇ ਵੀ ਸੀ ਵੀ ਦਵਾਈਆਂ ਦਾ ਹੱਲ ਨਹੀਂ ਹੈ, ਨਿਕਲਣਾ ਆਪਣੇ ਆਪ ਹੈ। ਸੋ ਉਦੋਂ ਇਹੋ ਜਿਹਾ ਹੋਇਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਅਪਰੋਚ ਕਰ ਰਹੇ ਸੀਗੇ, ਆਉਣ ਵਾਲੇ ਸੀ। ਉਦੋਂ ਫਿਰ ਜ਼ਿਆਦਾ ਗੱਲਬਾਤ ਟੀਵੀ ਤੇ ਵੀ ਉਹਨਾਂ ਦੀਆਂ ਗੱਲਾਂ ਹੁੰਦੀਆਂ ਸੀ। ਫਿਰ ਮੇਰੇ ਮਨ 'ਚ ਵੀ ਫੁਰਨੇ ਉੱਠਣੇ ਸ਼ੁਰੂ ਹੋ ਗਏ ਕਿ ਤੂੰ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਆ, ਅਸੀਂ ਦਸ਼ਮੇਸ਼ ਪਿਤਾ ਦੇ ਬੱਚੇ ਆ, ਅਸੀਂ ਆਪਾਂ ਨੂੰ ਮੰਨਦੇ ਆ। ਉਹਨਾਂ ਨੇ ਤਾਂ ਸਾਰਾ ਕੁਝ ਵਾਰ ਕੇ ਵੀ ਇਹ ਕਹਤਾ ਸੀ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਔਰ ਫਿਰ ਮਾਂ ਵੀ ਤੋਰਤੀ, ਮਤਲਬ ਪੂਰਾ ਸਰਵੰਸ ਸਲਾਨੀ ਆਪਾਂ ਉਹਨਾਂ ਨੂੰ ਕਹਿੰਦੇ ਆ। ਮੈਂ ਕਿਹਾ ਵੀ ਮੇਰਾ ਹਸਬੈਂਡ ਗਿਆ, ਪਰਮਾਤਮਾ ਕਰੇ ਮੈਂ ਰਾਜੀ ਰਹੇ, ਮੇਰਾ ਬੱਚਾ ਹੈਗਾ, ਹੋਰ ਰਿਸ਼ਤੇਦਾਰ ਭੈਣ ਭਰਾ ਹੈਗੇ ਆ, ਦੁਨੀਆ ਸਾਰੀ ਦੋਸਤ ਮਿੱਤਰ ਬਹੁਤ ਅੱਛੇ ਆ, ਫਿਰ ਤੂੰ ਕਿਉਂ ਦਿਲ ਡੋਲਿਆ ਹੋਇਆ? ਸਾਰੇ ਤੇਰੇ ਨਾਲ ਨੇ, ਤੇਰਾ ਸਾਥ ਦੇਣ ਨੂੰ ਤਿਆਰ ਹੈ, ਤੇ ਤੂੰ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਜ਼ਿੰਦਗੀ ਚ ਅੱਗੇ ਵੱਧ। ਫਿਰ ਮੈਂ ਇੱਥੋਂ ਬਾਹਰ ਨਿਕਲੀ, ਮਤਲਬ ਉਸ ਦਿਨ ਤੋਂ ਫਿਰ ਮੈਂ ਤਿਆਰ ਹੋ ਕੇ ਨਿਕਲਣਾ ਸ਼ੁਰੂ ਕੀਤਾ, ਫਿਰ ਮੈਂ ਬਾਹਰ ਜਾਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਹੁਣ ਮੈਂ ਦੁਬਾਰਾ ਫਿਲਮਾਂ 'ਚ ਵੀ ਪੈਰ ਰੱਖ ਰਹੀ ਹਾਂ, ਕੋਈ ਸ਼ਾਰਟ ਫਿਲਮ ਕੀਤੀਆਂ, ਕੋਈ ਫੀਚਰ ਫਿਲਮ ਦੀਆਂ ਵੀ 2-3 ਮੈਨੂੰ ਆਫਰ ਆਏ ਸੀਗੇ, ਤੇ ਪਰ ਹਾਲਾਤ ਥੋੜੇ ਖਰਾਬ ਹੋ ਗਏ ਆ, ਤੇ ਕੁਛ ਵੀ ਹਾਲੇ ਨਹੀਂ ਹੁਣ ਸ਼ੁਰੂ ਹੋ ਪਾ ਰਿਹਾ। ਔਰ ਜਿਵੇਂ ਤੁਸੀਂ ਭੈਣ ਜੀ ਦੱਸਿਆ ਸੀ ਵੀ ਡਿਪਰੈਸ਼ਨ 'ਚ ਹਾਲ ਇਹ ਹੋ ਗਿਆ ਸੀ, ਤੁਸੀਂ ਕੰਧ ਨੂੰ ਹੱਥ ਪਾ ਪਾ ਕੇ ਤੁਰਦੇ ਸੋ, ਔਰ ਅੱਜ ਪੰਮੀ ਸਿੱਧੂ ਉਸ ਬੁਲੰਦ ਆਵਾਜ਼ ਦਾ
ਦੀ ਪ੍ਰਾਪਤ ਕਰ ਲਈ ਹੈ ਔਰ ਹਿੰਮਤ ਪ੍ਰਾਪਤ ਕਰ ਲਈ ਹੈ ਕਿ ਅੱਜ ਵੀ ਫਿਰ ਉਹ ਫਿਲਮਾਂ 'ਚ ਆਉਣ ਨੂੰ ਤਿਆਰ ਹੈ ਅਤੇ ਆਪਣੇ ਬੇਟੇ ਵਾਸਤੇ, ਆਪਣੇ ਸੰਬੰਧੀਆਂ ਵਾਸਤੇ, ਆਪਣੇ ਸਮਾਜ ਸੇਵਾ ਵਾਸਤੇ ਬਹੁਤ ਨਿੱਘਰ ਯੋਗਦਾਨ ਪਾਉਣ ਲਈ ਤੁਸੀਂ ਤਿਆਰ ਹੋ। ਹਾਂਜੀ ਬਿਲਕੁਲ, ਮੈਂ ਸਭ ਕੁਝ ਕਰਨ ਲਈ ਤਿਆਰ ਹਾਂ। ਮੈਂ ਆਪਣੇ ਬੇਟੇ ਲਈ ਵੀ ਸਭ ਕੁਝ ਕਰਨ ਲਈ ਤਿਆਰ ਹਾਂ ਤੇ ਸਮਾਜ ਲਈ ਵੀ ਜਿੱਥੇ ਵੀ ਕਿਤੇ ਮੇਰੀ ਜ਼ਰੂਰਤ ਹੁੰਦੀ ਹੈ ਮੈਂ ਹਮੇਸ਼ਾ ਹਾਜ਼ਰ ਹੁੰਦੀ ਹਾਂ। ਮਤਲਬ ਜਿਵੇਂ ਉਦੋਂ ਤੁਸੀਂ ਗੱਲ ਸੁਣਾਈ, ਮਤਲਬ ਮੇਰਾ ਦਿਲ ਕਰਦਾ ਹੈ ਕਿ ਮੈਂ ਜਿੰਨੀ ਮੇਰੀ ਲਾਈਫ ਹੈਗੀ ਆ ਮੈਂ ਤੰਦਰੁਸਤੀ ਨਾਲ ਕੱਢਾਂ, ਮੈਂ ਇਸ ਕੁਦਰਤ ਨੂੰ ਸੰਵਾਰਨ ਲਈ ਕੁਛ ਨਾ ਕੁਛ ਜ਼ਰੂਰ ਕਰਾਂ। ਕਿਉਂਕਿ ਕੁਦਰਤ ਸਾਡੇ ਤੇ ਦੇਖੋ ਤੁਸੀਂ, ਜੋ ਕੁਛ ਅੱਜ ਕੱਲ ਚੱਲ ਰਿਹਾ, ਕੁਦਰਤ ਸਾਡੇ ਨਾਲ ਬਹੁਤ ਨਾਰਾਜ਼ ਹੈ। ਇਹ ਕੁਦਰਤ ਸਾਨੂੰ ਸਜ਼ਾ ਦੇ ਰਹੀ ਹੈ, ਅਸੀਂ ਕੁਦਰਤ ਦੀ ਪਰਵਾਹ ਨਹੀਂ ਕੀਤੀ ਔਰ ਸਜ਼ਾ ਮਿਲ ਰਹੀ ਹੈ। ਬਿਲਕੁਲ। ਸੋ ਸਾਨੂੰ ਹੁਣ ਹਵਾ, ਪਾਣੀ, ਇਹ ਸਾਰੀਆਂ ਚੀਜ਼ਾਂ ਵੱਲ, ਧਰਤੀ, ਇਹ ਤਿੰਨ ਚੀਜ਼ਾਂ ਵੱਲ ਜੇ ਨਹੀਂ ਧਿਆਨ ਦੇਵਾਂਗੇ ਤਾਂ ਬਹੁਤ ਬਹੁਤ ਨੁਕਸਾਨ ਹੋ ਸਕਦਾ। ਸੋ ਮੈਂ ਚਾਹੁੰਦੀ ਹਾਂ ਵੀ ਅਸੀਂ ਰਲ ਕੇ ਹੰਬਲਾ ਮਾਰੀਏ ਤੇ ਅਸੀਂ ਇਸ ਕਾਇਨਾਤ ਨੂੰ ਦੁਬਾਰਾ ਤੋਂ ਖੂਬਸੂਰਤ ਕਰ ਦਈਏ। ਭੈਣ ਜੀ, ਬਹੁਤ ਵੱਡੀ ਗਿਣਤੀ ਸਰੋਤੇ ਤੁਹਾਨੂੰ ਇਹ ਸੁਣ ਰਹੇ ਆ, ਛੋਟੇ ਬੱਚੇ ਸੁਣ ਰਹੇ ਆ, ਨੌਜਵਾਨ ਸੁਣ ਰਹੇ ਆ। ਅੱਜ ਤੁਸੀਂ ਕਿਉਂਕਿ ਬਹੁਤ ਹੌਸਲੇ ਨਾਲ ਤੁਸੀਂ ਜ਼ਿੰਦਗੀ ਹੁਣ ਤੱਕ ਜਿਉਈ ਹੈ ਤੇ ਸਮਾਂ ਸਾਡੇ ਕੋਲ 2 ਮਿੰਟ ਹੈ, ਉਹਦੇ 'ਚ ਆਪਣੇ ਸਰੋਤਿਆਂ ਨੂੰ, ਆਪਣੇ ਭੈਣਾਂ ਨੂੰ, ਵੀਰਾਂ ਨੂੰ, ਭਰਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਜ਼ਿੰਦਗੀ, ਇੱਕ ਖੂਬਸੂਰਤ ਜ਼ਿੰਦਗੀ ਜਿਉਣ ਵਾਸਤੇ? ਹਾਂਜੀ, ਮੈਂ ਸਭ ਤੋਂ ਪਹਿਲਾਂ ਤਾਂ ਮੇਰਾ ਮਾਂ-ਬਾਪ ਵਾਸਤੇ ਸੁਨੇਹਾ ਹੈਗਾ, ਜਿਹੜੇ ਹੁਣ ਯੰਗ ਪੇਰੈਂਟਸ ਨੇ, ਆਪਦੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਨੇ, ਉਹਨਾਂ ਦੀ ਪਰਵਰਿਸ਼ ਇਸ ਢੰਗ ਨਾਲ ਕਰੋ ਕਿ ਆਉਣ ਵਾਲੇ ਸਮੇਂ 'ਚ ਇੱਕ ਖੂਬਸੂਰਤ ਵਧੀਆ ਨੌਜਵਾਨ ਬਣ ਕੇ ਉਭਰਨ। ਬਹੁਤ ਅੱਛਾ। ਆਪਾਂ ਉਹਨਾਂ ਨੂੰ ਕਿ ਆ ਨਹੀਂ ਕਹਿਣਾ, ਉਹ ਨਹੀਂ ਕਹਿਣਾ, ਇਹਨਾਂ ਨੂੰ ਦੋਸਤਾਂ ਵਾਂਗੂ ਰੱਖਣਾ ਨਹੀਂ, ਦੋਸਤ ਬਣੋ। ਪਰ ਜਿੱਥੇ ਮਾਂ-ਬਾਪ ਬਣਨ ਦੀ ਲੋੜ ਆ ਉੱਥੇ ਮਾਂ-ਬਾਪ ਵੀ ਬਣੋ। ਜਿੱਥੇ ਉਹਨਾਂ ਨੂੰ ਝਿੜਕਣ ਦੀ ਲੋੜ ਆ ਉਹਨਾਂ ਨੂੰ ਝਿੜਕੋ। ਜਿਹੜਾ ਹੀਰਾ ਹੁੰਦਾ ਉਹ ਇੱਕ ਪੱਥਰ ਹੁੰਦਾ, ਜੇ ਉਹਨੂੰ ਤਰਾਸ਼ਣਾ ਪੈਂਦਾ ਤਾਂ ਉਹਨੂੰ ਉਹ ਹੀਰਾ ਨਹੀਂ ਬਣ ਸਕਦਾ। ਸੋ ਪਹਿਲਾ ਸੁਨੇਹਾ ਮਾਂ-ਬਾਪ ਵਾਸਤੇ ਸੀ। ਦੂਸਰਾ ਸੁਨੇਹਾ ਸਾਡੇ ਯੰਗ ਜਨਰੇਸ਼ਨ ਵਾਸਤੇ, ਜਿਹੜਾ ਸਾਡਾ ਯੂਥ ਹੈ, ਉਹਨੂੰ ਕਿ ਤੁਹਾਡੇ ਕੋਲੇ ਤਾਂ ਇੰਨੇ ਹੌਸਲੇ ਨੇ, ਇੰਨੀਆਂ ਹਿੰਮਤਾਂ ਨੇ, ਇੰਨੀ ਐਨਰਜੀ ਹੈ ਤੇ ਬਜਾਏ ਆਪਾਂ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਦੇ, ਹੁਣ ਤਾਂ ਆਪਣੀ ਸਮਝ ਲਓ ਜਿਹੜੀ ਖੇਤਾਂ 'ਚ ਕੰਮ ਕਰਦੇ ਸੀ ਲੋਕ, ਉਹ ਵੀ ਕੰਮੇ ਵਾਪਸ ਚਲੇ ਗਏ। ਸੋ ਬਿਹਤਰ ਆਪਣੇ ਖੇਤਾਂ 'ਚ ਨਿਕਲੋ, ਆਪਣੇ ਹੱਥੀਂ ਕੰਮ ਕਰਨ ਦੀ ਆਦਤ ਪਾਓ ਤੇ ਤਾਂ ਕਿ ਬਾਹਰ ਜਾਣ ਦਾ ਜਿਹੜਾ ਆਪਣੇ ਦਿਮਾਗ 'ਚ ਕੋ ਅਸੀਂ ਸਿਰਜ ਰੱਖਿਆ ਉਹਨੂੰ ਵਾਪਸ ਲਿਆਓ, ਆਪਣੀ ਇਸ ਧਰਤੀ ਨਾਲ ਮੋਹ ਪਾਓ ਤਾਂ ਕਿ ਅਸੀਂ ਇੱਕ ਵਧੀਆ ਪੰਜਾਬ ਸਿਰਜ ਸਕੀਏ। ਬਹੁਤ ਅੱਛੇ। ਲਓ ਜੀ ਭੈਣ ਜੀ, ਸਾਡੇ ਕੋਲੇ 1 ਮਿੰਟ ਬਾਕੀ ਹੈ ਜੀ। ਰੇਡੀਓ ਚੰਨ ਪ੍ਰਦੇਸੀ ਵਾਸਤੇ ਤੁਸੀਂ 4 ਸ਼ਬਦ ਕਹੋ ਤੇ ਫਿਰ ਆਪਾਂ ਸਮਾਪਤ ਕਰਾਂਗੇ। ਹਾਂਜੀ ਹਾਂਜੀ, ਨਹੀਂ ਮੈਨੂੰ ਬਹੁਤ ਵਧੀਆ ਲੱਗਿਆ ਜੀ। ਮੈਂ ਤੁਹਾਡੀਆਂ ਜਿਹੜੀਆਂ ਪਹਿਲੀਆਂ ਵੀ ਇੰਟਰਵਿਊਜ਼ ਨੇ ਉਹ ਦੇਖੀਆਂ, ਸੁਣੀਆਂ ਤੇ ਮੈਂ ਬਹੁਤ ਪ੍ਰਭਾਵਿਤ ਹੋਈ ਉਹਨਾਂ ਤੋਂ। ਤੇ ਮੈਨੂੰ ਲੱਗਦਾ ਵੀ ਜਿਹੜਾ ਚੰਨ ਪ੍ਰਦੇਸੀ ਹੈ, ਇਹੋ ਜਿਹੇ ਤੁਹਾਡਾ ਇਹ ਪ੍ਰੋਗਰਾਮ ਹੈ ਜਿਹੜਾ ਵਹਿੰਦੇ ਦਰਿਆ ਵਿੱਚ ਏਦਾਂ ਦੇ ਲੋਕਾਂ ਨੂੰ, ਸਾਡੇ ਵਰਗਿਆਂ ਨੂੰ ਇੱਕ ਤਾਂ ਪ੍ਰੋਤਸਾਹਨ ਮਿਲਦਾ ਤੇ ਦੂਸਰਾ ਇਹਦੇ 'ਚ ਲੋਕਾਂ ਨੂੰ ਜੋ ਕੁਛ ਅਸੀਂ ਆਪਣੀ ਜ਼ਿੰਦਗੀ 'ਚ ਹੰਢਾਇਆ ਉਹਦੇ 'ਚ ਕੁਛ ਤਜਰਬੇ ਦੇ ਦਿੰਦੇ ਹਾਂ ਤੇ ਜਿਨ੍ਹਾਂ ਨਾਲ ਉਹਨਾਂ ਦੀ ਬੱਚਿਆਂ ਨੂੰ ਘੱਟੋ ਘੱਟ ਅਗਲੀ ਆਉਣ ਵਾਲੀ ਜ਼ਿੰਦਗੀ 'ਚ ਸੇਧ ਮਿਲਦੀ ਹੈ। ਉਹਦੇ 'ਚ ਰੇਡੀਓ ਚੰਨ ਪ੍ਰਦੇਸੀ ਦਾ ਤੇ ਪ੍ਰੋਫੈਸਰ ਮੋਹਨ ਸਿੰਘ ਦਾ ਬਹੁਤ ਵੱਡਾ ਯੋਗਦਾਨ। ਬਹੁਤ ਧੰਨਵਾਦ। ਅਸੀਂ ਰੇਡੀਓ ਚੰਨ ਪ੍ਰਦੇਸੀ ਤੁਹਾਡਾ ਧੰਨਵਾਦ ਕਰਦੇ ਮੈਡਮ। ਭੈਣ ਜੀ, ਤੁਸੀਂ ਬਹੁਤ ਖੂਬਸੂਰਤ ਸ਼ਬਦਾਂ ਦੇ ਨਾਲ ਬੜਾ ਵਧੀਆ ਸੁਨੇਹਾ ਦਿੱਤਾ ਤੇ ਸਰੋਤਿਓ, ਸਮੇਂ ਦੀ ਸਮਾਪਤੀ ਹੈ ਤੇ ਅਗਲੇ ਹਫ਼ਤੇ ਫਿਰ ਮਿਲਾਂਗੇ। ਤਦ ਤੱਕ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਢੇਰ ਸਾਰਾ ਪਿਆਰ, ਨਮਸਕਾਰ, ਆਦਾਬ ਅਤੇ ਤੁਸੀਂ ਸਾਰੇ ਖੁਸ਼ ਰਹੋ, ਆਬਾਦ ਰਹੋ ਜੀ।